ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਬਕਾ ਡੀਨ ਪ੍ਰੋਫੈਸਰ ਜਮਸ਼ੀਦ ਅਲੀ ਖਾਨ। ਪ੍ਰੋਫੈਸਰ ਸਾਹਿਬ ਜੀ ਆਇਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ, ਥੈਂਕ ਯੂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਭਾਰਤੀ ਜਨਤਾ ਪਾਰਟੀ ਦੀ ਹਰ ਮੂਵ ਬੜੀ ਕੈਲਕੂਲੇਟਡ ਹੁੰਦੀ ਹੈ। ਅੱਜ ਜਦੋਂ ਅਚਨਚੇਤ ਪ੍ਰਧਾਨ ਮੰਤਰੀ ਨਿਵਾਸ ਦੇ ਉੱਤੇ ਪ੍ਰਦੇਸ਼ ਬੀਜੇਪੀ ਦੇ ਔਰ ਜਿਨ੍ਹਾਂ ਚੋਂ ਕਾਫੀ ਸਿੱਖ ਲੀਡਰ ਦਸਤਾਰਾਂ ਵਾਲੇ ਨਜ਼ਰ ਆਉਂਦੇ ਆ ਤਾਂ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਕਿਸਾਨੀ ਮਾਮਲਿਆਂ ਨੂੰ ਲੈ ਕੇ, ਕਿਸਾਨੀ ਅੰਦੋਲਨ ਨੂੰ ਲੈ ਕੇ ਸਾਲ ਭਰ ਤੋਂ ਜਿਹੜੀ ਟਕਰਾਅ ਦੀ ਸਥਿਤੀ ਹੈ ਉਹਦੇ ਉੱਤੇ ਫੈਸਲੇ ਦੀ ਉਮੀਦ ਹੋਣ ਲੱਗ ਪੈਂਦੀ ਹੈ। ਜਦੋਂ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਾਰੀਆਂ ਧਿਰਾਂ ਮੰਗ ਕਰ ਰਹੀਆਂ ਸੀ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਖੋਲਿਆ ਜਾਵੇ, ਤਾਂ ਉਸ ਮੌਕੇ ਉੱਤੇ ਬੀਜੇਪੀ ਤੋਂ ਮੰਗ ਕਰਾਉਣੀ ਪ੍ਰਦੇਸ਼ ਦੀ, ਤੋਂ ਇਹਦਾ ਮਤਲਬ ਹੈ ਕਿ ਮੰਗ ਮੰਨੀ ਜਾਣ ਵੱਲ ਵੱਧ ਰਿਹਾ ਕੇਂਦਰ। ਔਰ ਇਸ ਤੋਂ ਤੀਜਾ ਮਾਮਲਾ ਸਭ ਤੋਂ ਅਹਿਮ ਜਿਹੜਾ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਵੇਲੇ 84 ਦੇ ਦਿੱਲੀ ਕਤਲੇਆਮ ਸੰਬੰਧੀ ਮੰਗ ਰੱਖਤੀ ਇਨਸਾਫ ਦੀ। ਚੋਣਾਂ ਦੀ ਗੱਲ ਤਾਂ ਡੈਫੀਨੇਟਲੀ ਹੋਈ ਆ ਔਰ ਚੋਣਾਂ ਦੇ ਨਜ਼ਰੀਓਂ ਹੀ ਸਾਰੀਆਂ ਗੱਲਾਂ ਹੋ ਰਹੀਆਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਲੇਕਿਨ ਵੱਡੇ ਐਲਾਨ ਹੋਣ ਦੀ ਉਮੀਦ ਬਣੀ ਆ। ਹਰ ਚੀਜ਼ ਪੂਰਵ ਨਿਰਧਾਰਤ, ਪਹਿਲਾਂ ਤੋਂ ਨਿਰਧਾਰਤ ਹੋਵੇਗੀ। ਇਹ ਗੱਲਾਂ ਜਿਹੜੀਆਂ ਬਾਕੀ ਪਾਰਟੀਆਂ ਕਰਦੀਆਂ ਸੀ, ਮੁੱਖ ਮੰਤਰੀ ਨੇ ਵੀ ਕੀਤੀ ਸੀ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸਾਹਿਬਾ ਬੀਬੀ ਜਗੀਰ ਕੌਰ ਨੇ ਵੀ ਕੀਤੀ ਸੀ। ਇਹਦਾ ਮਤਲਬ ਹੈ ਕਿ ਮੰਗ ਜਿਹੜੀ ਸਾਡੇ ਮੰਗਣ ਉਹੀ ਮੰਨੀ ਜਾਣੀ ਆ। ਆਉਂਦੇ ਦਿਨਾਂ 'ਚ ਕੁਝ ਵੱਡੇ ਫੈਸਲੇ ਹੋਣ ਦੀ ਉਮੀਦ ਬੱਝੀ ਆ। ਮੈਂ ਇਹਦੇ ਤੇ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਪੰਜਾਬ ਦੀ ਰਾਜਨੀਤੀ 'ਚ ਭਾਜਪਾ ਦਾ ਕਿੰਨਾ ਕੁ ਸਥਾਨ ਬਚਿਆ। ਜੇ ਇਹ ਸਾਰੇ ਫੈਸਲੇ ਹੋ ਵੀ ਜਾਣ ਤਾਂ ਭਾਜਪਾ ਹੁਣ ਪ੍ਰਦੇਸ਼ ਦੇ ਵਿੱਚ ਕੁਝ ਇਲੈਕਸ਼ਨ ਉਹਦੀ ਬਚੀ ਹੈ, ਉਹਨੂੰ ਕੋਈ ਸੀਟਸ ਮਿਲਦੀਆਂ ਨੇ, ਉਹਦੀ ਕੋਈ ਰਣਨੀਤੀ ਕਾਮਯਾਬ ਹੋ ਸਕਦੀ ਹੈ। ਤੇ ਦੂਜਾ ਅਹਿਮ ਐਂਗਲ ਕਿ ਜਦੋਂ ਕਾਂਗਰਸ ਲਗਾਤਾਰ ਹਮਲਾਵਰ ਹੈ ਪ੍ਰਦੇਸ਼ ਵਿੱਚ, ਚੰਨੀ ਔਰ ਸਿੱਧੂ ਰਲ ਕੇ ਕਾਫੀ ਪਾਰਟੀਆਂ ਨੂੰ ਬੈਕਫੁੱਟ ਤੇ ਲਾਏ ਆ, ਉਸ ਵੇਲੇ ਅਕਾਲੀ ਦਲ ਤੇ ਜਿਹੜੇ ਤਾਜ਼ਾ ਹਮਲੇ ਆ ਜਿਨ੍ਹਾਂ ਦੇ ਵਿੱਚ ਬੇਅਦਬੀ ਔਰ ਨਸ਼ੇ ਨੂੰ ਲੈ ਕੇ ਆ ਵਿਧਾਨ ਸਭਾ ਦੇ ਅੰਦਰ ਤੇ ਬਾਹਰ, ਇਹਦੇ ਤੋਂ ਬਾਅਦ ਅਕਾਲੀ ਦਲ ਲੱਕ ਸਿੱਧਾ ਕਰ ਪਾਊਗਾ। ਅਕਾਲੀ ਦਲ ਲਈ ਹੁਣ ਕਿਹੜਾ ਪੈਂਤੜਾ ਸਭ ਤੋਂ ਕਾਰਗਰ ਹੋ ਸਕਦਾ ਮੁੜ ਕੇ ਚੋਣ ਰਣਨੀਤੀ ਦੇ ਵਿੱਚ ਵੱਡੇ ਇੱਕ ਚੁਣਾਵੀ ਦੰਗਲ ਦੇ ਵਿੱਚ ਧਰੰਤਰ ਵਾਂਗ ਵਿਚਰਨ ਦਾ, ਕਿਉਂਕਿ ਕਾਫੀ ਨੁਕਸਾਨ ਹੋਇਆ ਔਰ ਇਹ ਨੁਕਸਾਨ ਕਿਵੇਂ ਭਰਪਾਈ ਹੋਊਗੀ। ਹਾਲਾਂਕਿ ਇਹਨਾਂ ਦਿਨਾਂ 'ਚ ਉਤਰਾਅ ਚੜ੍ਹਾਅ ਤਾਂ ਬਹੁਤ ਕਾਲੀ ਨਾਲ ਵਾਪਰਦੇ ਆ। ਜ਼ਮੀਨ ਆਮ ਆਦਮੀ ਪਾਰਟੀ ਦੀ ਗਵਾਚੀ ਵੀ ਲੱਗਦੀ ਆ। ਉਹਨਾਂ ਕੋਲ ਕੀ ਹੁਣ ਤਰੀਕਾਕਾਰ ਹੈ? ਸਭ ਤੋਂ ਪਹਿਲਾਂ ਬੀਜੇਪੀ ਦੇ ਵੱਡੇ ਲੀਡਰ ਜਦੋਂ ਅੱਜ ਮਿਲਦੇ ਆ, ਉਹਨਾਂ ਦੀ ਬਾਡੀ ਲੈਂਗੁਏਜ ਤੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ 'ਚ ਰੱਖ ਕੇ ਤੁਹਾਨੂੰ ਕੀ ਲੱਗਦਾ, ਉਮੀਦ ਕਰੀਏ ਕਿ ਬੀਜੇਪੀ ਨੇ ਤਰਜੀਹਾਂ ਤੈਅ ਕਰਤੀਆਂ ਪੰਜਾਬ 'ਚ ਔਰ ਪ੍ਰਧਾਨ ਮੰਤਰੀ ਸਾਹਿਬ ਵੱਡੇ ਐਲਾਨ ਕਰਨਗੇ ਕੁਝ, ਇਸ ਤੋਂ ਇਲਾਵਾ ਹੁਣ ਚਾਰਾ ਕੋਈ ਬਚਿਆ ਨਹੀਂ? ਬਿਲਕੁਲ, ਜਿਹੜਾ ਅੱਜ ਡੈਲੀਗੇਸ਼ਨ ਬੀਜੇਪੀ ਦਾ ਮਿਲਿਆ ਪ੍ਰਧਾਨ ਮੰਤਰੀ ਨੂੰ ਜੀ, ਉਹ ਇਲੈਕਸ਼ਨ ਦੇ ਮੱਦੇਨਜ਼ਰ ਹੀ ਲੱਗਦਾ ਹੈ, ਕਿਉਂਕਿ ਸਿਰਫ ਪੰਜਾਬ ਦੀਆਂ ਨਹੀਂ, ਹੋਰ ਸਟੇਟਾਂ ਦੀਆਂ ਵੀ ਇਲੈਕਸ਼ਨਸ ਹੈਗੀਆਂ। ਖਾਸ ਤੌਰ ਤੇ ਯੂਪੀ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਉਹ ਬੀਜੇਪੀ ਵਾਸਤੇ ਬਹੁਤ ਹੀ ਕਰੂਸ਼ਲ ਹੈ। ਇਸ ਸਟੇਜ ਤੇ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਹੈ ਇਹ ਕੰਟੀਨਿਊ ਰਹਿਣੀ ਜਿਹੜੀ ਬੀਜੇਪੀ ਨੂੰ ਉਹ ਸੂਟ ਨਹੀਂ ਕਰਦੀ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਸਕੋਪ ਹੋਏਗਾ, ਤੇ ਇਹ ਜਿਹੜੀ ਗੱਲ ਚੱਲੀ ਹੈ ਸਿੱਖ ਮੁੱਦਿਆਂ ਨੂੰ ਲੈ ਕੇ ਜਾਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ, ਇਹਨਾਂ ਦਾ ਕੀ ਪ੍ਰਭਾਵ ਪਏਗਾ। ਜਿਹੜੇ ਬੀਜੇਪੀ ਕਾਫੀ ਲੰਬੇ ਸਮੇਂ ਤੋਂ ਅਲੱਗ ਪਾਰਟੀਆਂ ਇਹ ਡਿਮਾਂਡ ਕਰ ਰਹੀਆਂ ਸੀ ਕਿ ਕਿਸਾਨਾਂ ਦਾ ਮਸਲਾ ਸੋਲਵ ਕੀਤਾ ਜਾਵੇ ਜਾਂ ਕਰਤਾਰਪੁਰ ਦਾ ਲਾਂਘਾ ਜਿਹੜਾ ਹੈ ਉਹ ਖੋਲਿਆ ਜਾਵੇ, ਉਹਦੇ ਬਾਰੇ ਵੀ ਅਲੱਗ ਪਾਰਟੀਆਂ ਜਿਹੜੀਆਂ ਡਿਮਾਂਡ ਕਰ ਰਹੀਆਂ ਸੀ। ਪਰ ਅੱਜ ਬੀਜੇਪੀ ਦੇ ਆਪਣੇ ਯੂਨਿਟ ਦੀ ਤਰਫੋਂ, ਪੰਜਾਬ ਦੇ ਯੂਨਿਟ ਦੀ ਤਰਫੋਂ ਲੀਡਰਾਂ ਦਾ ਮਿਲਣਾ ਅਤੇ ਇਹ ਡਿਮਾਂਡਸ ਰੱਖਣਾ, ਤੁਹਾਡੀ ਗੱਲ ਠੀਕ ਹੈ ਕਿ ਲੱਗਦਾ ਕਿ ਕੋਈ ਨਾ ਕੋਈ ਅਨਾਉਂਸਮੈਂਟ ਹੋਣ ਵਾਲੀ ਹੈ, ਪੋਜ਼ਿਟਿਵ ਅਨਾਉਂਸਮੈਂਟ ਦੀ ਤਰਫ ਚੱਲਣ ਵਾਲੀ ਹੈ ਗੱਲ। ਹੁਣ ਬੀਜੇਪੀ ਦੇ ਕੋਲੇ ਕੀ ਆਪਸ਼ਨਸ ਬਚਦੀਆਂ ਹੈਗੀਆਂ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਮੁੱਖ ਤੌਰ ਤੇ ਤਾਂ ਤਿੰਨ ਪੋਲੀਟੀਕਲ ਪਾਰਟੀਆਂ ਦੇ ਵਿੱਚ ਹੀ ਮੁਕਾਬਲਾ ਲੱਗਦਾ ਹੈ। ਇੱਕ ਕਾਂਗਰਸ, ਅਕਾਲੀ ਦਲ ਤੇ ਆਪ। ਜਿੱਥੇ ਤੱਕ ਆਪ ਦੀ ਗੱਲ ਹੈ ਉਹਦਾ ਪ੍ਰਭਾਵ ਉਨਾ ਨਹੀਂ ਰਿਹਾ ਜੋ ਕਿਸੇ ਸਮੇਂ 2014 ਜਾਂ 17 ਦੀਆਂ ਇਲੈਕਸ਼ਨ ਦੇ ਵਿੱਚ ਹੁੰਦਾ ਸੀ ਜੀ। ਉਹਨਾਂ ਦਾ ਪੋਪੂਲੈਰਿਟੀ ਗ੍ਰਾਫ ਲਗਾਤਾਰ ਘਟ ਰਿਹਾ ਹੈ।
ਚਾਹੇ ਬਾਕੀ ਜਗ੍ਹਾ ਤੱਕ ਕੇਜਰੀਵਾਲ ਦੀ ਇਮੇਜ ਵੱਧ ਰਹੀ ਹੋਵੇ, ਲੇਕਿਨ ਪੰਜਾਬ ਦੇ ਜੋ ਲੀਡਰ ਹੈਗੇ ਉਹ ਮਾਰਜਨਲਾਈਜ਼ ਹੁੰਦੇ ਜਾ ਰਹੇ ਹੈਗੇ। ਤਕਰੀਬਨ ਅੱਧੇ ਐਮਐਲਏ ਆਪ ਨੂੰ ਛੱਡ ਗਏ। ਬੀਜੇਪੀ ਦੇ ਆਪ ਦੇ 20 ਐਮਐਲਏ ਜਿੱਤੇ ਸੀ, 20 ਦੇ ਵਿੱਚੋਂ 9 ਐਮਐਲਏ ਛੱਡ ਕੇ ਜਿਹੜੇ ਬੀਜੇਪੀ ਨੂੰ ਆਪ ਨੂੰ ਜਾ ਚੁੱਕੇ ਹੈਗੇ। ਇਹ ਜਿਹੜਾ ਉਹਨਾਂ ਦਾ ਜਿਹੜਾ ਲਗਾਤਾਰ ਗ੍ਰਾਫ ਗਿਰ ਰਿਹਾ ਹੈ। ਇਸੇ ਤਰ੍ਹਾਂ ਹੀ ਅਕਾਲੀ ਦਲ ਦੀ ਗੱਲ ਕਰੀਏ ਕਿ ਅਕਾਲੀ ਦਲ ਨੂੰ ਹਜੇ ਤੱਕ ਬੇਅਦਬੀ ਤੇ ਮੁੱਦੇ ਨੇ ਨਹੀਂ ਛੱਡਿਆ, ਤੇ ਉਸੇ ਤਰ੍ਹਾਂ ਜਿਹੜਾ ਨਸ਼ਿਆਂ ਦਾ ਮਸਲਾ ਜਾਂ ਬੇਅਦਬੀ ਦਾ ਮਸਲਾ, ਇਹ ਦੁਬਾਰਾ ਬਹੁਤ ਹੀ ਜਿਹੜਾ ਵੋਕਲ ਲੈਵਲ ਤੇ ਕਾਂਗਰਸ ਇਹਨੂੰ ਚੱਕ ਰਹੀ ਹੈ। ਤੇ ਇਹ ਲੱਗਦਾ ਕਿ ਕਾਂਗਰਸ ਜਿਹੜਾ ਹੈ ਉਹ ਜਿਹੜਾ ਟਾਈਮ ਦੇ ਨਾਲ ਨਾਲ ਉਹ ਰਿਵਾਈਵ ਕਰਨ ਦੀ ਪੋਜੀਸ਼ਨ ਦੇ ਵਿੱਚ ਆ ਰਹੀ ਹੈ ਜੀ। ਜਿਸ ਤਰ੍ਹਾਂ ਦੀ ਨਵੇਂ ਮੁੱਖ ਮੰਤਰੀ ਚੰਨੀ ਜਿਹੜੇ ਹੈਗੇ ਲਗਾਤਾਰ ਡੇਲੀ ਅਨਾਉਂਸਮੈਂਟਸ ਕਰਨੀਆਂ, ਕਦੇ ਜਿਹੜਾ ਹੈਗਾ ਬਿਜਲੀ ਨੂੰ ਲੈ ਕੇ, ਕਿਧਰੇ ਪਾਣੀ ਨੂੰ ਲੈ ਕੇ, ਕਿਧਰੇ ਜਿਹੜੇ ਲਾਲ ਡੋਰੇ ਦੇ ਵਿੱਚ ਰਜਿਸਟਰੀਆਂ ਨੂੰ ਲੈ ਕੇ, ਸੈਂਡ ਦੇ ਰੇਟ ਫਿਕਸ ਕਰਨੇ, ਇਹ ਸਾਰੀਆਂ ਜਿਹੜੀਆਂ ਅਨਾਉਂਸਮੈਂਟਸ ਜਾਂ ਰੈਗੂਲਰਾਈਜੇਸ਼ਨ ਆਫ ਇੰਪਲਾਈਜ਼ ਹੈ। ਪਹਿਲਾਂ ਜਦ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ, ਇਹ ਲੱਗਦਾ ਸੀ ਕਿ ਹੀ ਇਜ਼ ਟੈਂਪਰੇਰੀ ਚੀਫ ਮਿਨਿਸਟਰ ਤੇ ਇੱਕ ਪਪਟ ਦੇ ਤੌਰ ਤੇ ਕੰਮ ਕਰੇਗਾ। ਲੇਕਿਨ ਇਹ ਗੱਲਾਂ ਜਿਹੜੀਆਂ ਹੈਗੀਆਂ ਬਿਲਕੁਲ ਠੀਕ ਸਾਬਤ ਨਹੀਂ ਹੋਈਆਂ। ਉਹਨਾਂ ਨੇ ਗਰਾਊਂਡ ਆਪਣਾ ਜਿਹੜਾ ਹੈਗਾ ਉਹ ਮਜ਼ਬੂਤ ਕੀਤਾ ਹੈ। ਨਹੀਂ, ਮੈਂ ਪ੍ਰੋਫੈਸਰ ਸਾਹਿਬ ਇਹਦੇ ਚ ਤੁਹਾਡੀ ਗੱਲ ਬਹੁਤ ਵਜਨਦਾਰ ਹੈ ਕਿ ਚੀਜ਼ਾਂ ਇੱਕਦਮ ਬਦਲ ਗਈਆਂ। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ 1 ਮਹੀਨਾ ਪਹਿਲਾਂ ਤੱਕ, ਲਗਭਗ 2 ਮਹੀਨੇ ਪਹਿਲਾਂ ਤੱਕ ਰਾਦਰ, ਸਥਿਤੀ ਬੜੀ ਹੋਰ ਤਰ੍ਹਾਂ ਦੀ ਸੀ। ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਲੜਾਈ ਭਾਵੇਂ ਜਿੰਨੀ ਮਰਜ਼ੀ ਸੀਗੀ, ਲੇਕਿਨ ਫਿਰ ਵੀ ਕਾਂਗਰਸ ਮੁਕਾਬਲੇ 'ਚ ਸੀ। ਫਿਰ ਜਦੋਂ ਇਹਨਾਂ ਦੀ ਆਪਸੀ ਲੜਾਈ ਸ਼ੁਰੂ ਹੁੰਦੀ ਆ, ਮਹੀਨਾ ਪਹਿਲਾਂ ਤੱਕ ਇੰਜ ਲੱਗਦਾ ਸੀ ਕਿ ਹੰਗ ਅਸੈਂਬਲੀ ਹੈ, ਇਸ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਪੰਜਾਬ ਕੋਲ ਬਚਿਆ। ਕੋਈ ਵੀ ਪਾਰਟੀ, ਔਰ ਅਕਾਲੀ ਦਲ ਅੱਗੇ ਵੱਧਦਾ ਨਜ਼ਰ ਆਉਂਦਾ ਸੀ। ਅਕਾਲੀ ਦਲ 20-22 ਸੀਟਾਂ, 25 ਸੀਟਾਂ ਤੋਂ 35 ਸੀਟਾਂ ਤੱਕ ਵੱਧਦਾ ਦਿਸਦਾ ਸੀ, ਔਰ 40 ਤੱਕ ਵੀ ਉਹਦਾ ਗ੍ਰਾਫ ਵੱਧਦਾ ਸੀਗਾ। ਔਰ ਇਹ ਬਹੁਤ ਸੰਭਾਵਨਾ ਪ੍ਰਗਟਾਈ ਜਾ ਰਹੀ ਸੀਗੀ ਕਿ ਕੋਈ ਵੀ ਲਗਭਗ 40 ਤੋਂ ਟੱਪੇਗੀ ਨਹੀਂ। ਇਹ ਸੀਟਾਂ ਦੀ ਜਿਹੜੀ ਗੱਲ ਸੀ, ਹੰਗ ਅਸੈਂਬਲੀ ਬੜੇ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਜਨ ਦਿੱਤਾ ਜਾਣ ਲੱਗਿਆ ਸੀ ਜਦੋਂ ਇਹ ਪਾਰਟੀ ਛੱਡ ਕੇ ਆਪਣੀ ਬਣਾਉਣ ਦੀ ਅਨਾਉਂਸਮੈਂਟ ਕਰਦੇ ਆ। ਲੇਕਿਨ ਜੋ ਕੁਝ ਵਿਧਾਨ ਸਭਾ 'ਚ ਹੁੰਦਾ ਹੈ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏਸ ਦਾ ਉੱਧਰ ਨੂੰ ਜਾਣਾ, ਪੰਜਾਬ ਦੇ ਵਿੱਚ ਹਵਾ ਦੇ ਰੁਖ ਦਾ ਬਦਲਣਾ, ਇੱਕ ਵਾਰੀ ਫਿਰ ਕਾਂਗਰਸ ਦੀ ਹਵਾ ਥੋੜੀ ਰੁਮਕਣ ਲੱਗ ਪਈ। ਲੇਕਿਨ ਕਿਉਂਕਿ ਆਹ ਦਿਨ ਐਸੇ ਆ ਜਿਹਦੇ ਵਿੱਚ ਹਰ ਦਿਨ ਕੋਈ ਨਾ ਕੋਈ ਨਵੀਂ ਮੂਵ ਹੋਏਗੀ, ਨਵੀਂ ਗੇਮ ਖੇਡੀ ਜਾਊਗੀ, ਹਰ ਪਾਰਟੀ ਕੋਈ ਨਾ ਕੋਈ ਰਸਤਾ ਨਵਾਂ ਅਖਤਿਆਰ ਕਰੂਗੀ, ਔਰ ਇਹਦੇ ਵਿੱਚ ਜਿਹੜਾ ਗ੍ਰਾਫ ਹੈ ਉੱਪਰ ਥੱਲੇ ਜਾਂਦਾ ਰਹੂਗਾ। ਮੈਂ ਤੁਹਾਡੇ ਤੋਂ ਇਹੀ ਪੁੱਛਣਾ ਹੈ ਕਿ ਹੰਗ ਅਸੈਂਬਲੀ ਤੋਂ ਕਾਂਗਰਸ ਨੂੰ ਫਾਇਦਾ ਹੁੰਦਾ ਲੱਗਦਾ ਉਸ ਤੋਂ ਬਾਅਦ, ਤੇ ਹੁਣ ਜੇ ਬੀਜੇਪੀ ਕੋਈ ਮੂਵ, ਮੰਨ ਲਓ ਕਰਤਾਰਪੁਰ ਸਾਹਿਬ ਦਾ ਲਾਂਘਾ, ਪ੍ਰਧਾਨ ਮੰਤਰੀ ਸਾਹਿਬ 2-3 ਦਿਨ ਦੇ ਵਿੱਚ ਇਹ ਅਨਾਉਂਸਮੈਂਟ ਕਰ ਦਿੰਦੇ ਆ, ਔਰ ਇਧਰੋਂ ਸਿੱਖਾਂ ਨੂੰ ਜਿਹੜਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ 10,000 ਵੀਜ਼ੇ ਜਿਹੜੇ ਇੱਕ ਦਿਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਨਾਉਂਸਮੈਂਟ ਹੋ ਜਾਂਦੀ, ਭਾਵੇਂ ਕਿੰਨੇ ਲੋਕ ਜਾਂਦੇ ਇਹ ਵੱਖਰਾ ਮਸਲਾ ਹੈ, ਪਿੱਛੇ ਵੀ ਉਦੋਂ ਬਹੁਤ ਘੱਟ ਲੋਕ ਜਾਂਦੇ ਰਹੇ। ਮੇਰਾ ਕਹਿਣ ਦਾ ਮਤਲਬ ਹੈ ਇਹਨਾਂ ਦਿਨਾਂ ਦੇ ਵਿੱਚ ਹਰ ਰੋਜ਼ ਦੇ ਆਧਾਰ ਤੇ ਜਾਂ ਹਫ਼ਤਿਆਂ 20 ਦਿਨਾਂ ਦੇ ਆਧਾਰ ਤੇ ਮੁਲਾਂਕਣ ਕਰਨਾ ਪਊਗਾ ਕਿ ਹੁਣ ਕਿਹਦਾ ਗ੍ਰਾਫ ਉੱਪਰ ਚਲੇ ਗਿਆ, ਹੁਣ ਕਿਹਦਾ ਚਲੇ ਗਿਆ, ਹੁਣ ਕਿਹਦਾ ਚਲੇ ਗਿਆ। ਪਰ ਇੱਕ ਵਾਰੀ ਕਾਂਗਰਸ ਥੋੜਾ ਜਿਹਾ ਅੱਗੇ ਵਧੀ ਦਿਸੀ। ਦਰਅਸਲ ਜੋ ਲੇਟੈਸਟ ਡਿਵੈਲਪਮੈਂਟਸ ਹੈਗੀਆਂ, ਹਰ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਬੜੀਆਂ ਫਾਸਟ ਡਿਵੈਲਪਮੈਂਟਸ ਹੋ ਰਹੀਆਂ। ਫਾਰ ਐਗਜ਼ਾਮਪਲ ਕਾਂਗਰਸ ਦੇ ਵਿੱਚ ਇੱਕ ਪਾਸੇ ਤਾਂ ਕਾਂਗਰਸ ਦੀ ਨਵੀਂ ਜਿਹੜੀ ਸਰਕਾਰ ਹੈ ਉਹਦੀ ਪਰਫਾਰਮੈਂਸ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ, ਚਾਹੇ ਇਹਦੇ ਵਿੱਚੋਂ ਕੁਝ ਨਿਕਲਣਾ ਜਾਂ ਨਹੀਂ ਨਿਕਲਣਾ, ਲੇਕਿਨ ਲੋਕਾਂ ਨੂੰ ਇੱਕ ਆਸ ਵੱਜੀ ਹੈ ਕਿ ਇਹ ਸਰਕਾਰ ਕੁਝ ਕੰਮ ਕਰ ਰਹੀ ਹੈ ਜਾਂ ਕਰ ਸਕਦੀ ਹੈ। ਚਾਹੇ ਮਹੀਨੇ ਦਾ 2 ਹੀ ਰਹਿ ਗਏ, ਪਰ ਇੱਕ ਆਸ ਵੱਜ ਗਈ ਲੋਕਾਂ ਨੂੰ ਕਿ ਸਾਡਾ ਕੰਮ ਹੋ ਸਕਦਾ ਹੈ। ਜਿਸ ਤਰ੍ਹਾਂ ਦੇ ਰੋਜ਼ ਫੈਸਲੇ ਲਿੱਤੇ ਜਾ ਰਹੇ ਹਨ, ਬਿਜਲੀ ਨੂੰ ਲੈ ਕੇ, ਪਾਣੀ ਨੂੰ ਲੈ ਕੇ, ਰੈਗੂਲਰਾਈਜੇਸ਼ਨ ਨੂੰ ਲੈ ਕੇ, ਰੇਤੇ ਦਾ ਜਿਹੜਾ ਭਾਅ ਫਿਕਸ ਕਰਨਾ, ਤਾਂ ਕਾਂਗਰਸ ਦੇ ਵਿੱਚ ਦੂਸਰੀ ਗੱਲ ਜਿਹੜੀ ਹੋਈ ਹੈ ਕੁਝ ਦਿਨਾਂ ਤੋਂ ਹੀ, ਜਿਵੇਂ ਪਹਿਲਾਂ ਕਾਫੀ ਰੇੜਕਾ ਚੱਲਿਆ ਨਵਜੋਤ ਸਿੰਘ ਸਿੱਧੂ ਤੇ ਚੰਨੀ ਹੋਣਾ ਦੇ ਵਿੱਚ, ਲੇਕਿਨ ਹੁਣ ਜਦ ਦਾ ਏਜੀ ਦਾ ਅਸਤੀਫਾ ਮਨਜ਼ੂਰ ਹੋਇਆ ਔਰ ਡੀਜੀਪੀ ਦੀ ਪੈਨਲ ਜਿਹੜੀ ਹੈ ਉਹ ਯੂਪੀਐਸਸੀ ਨੂੰ ਭੇਜੀ ਗਈ ਹੈ, ਇਹ 2 ਜਿਹੜੇ ਮੁੱਦੇ ਸੀ ਜੋ ਨਵਜੋਤ ਸਿੰਘ ਸਿੱਧੂ ਲਗਾਤਾਰ ਉਠਾ ਰਿਹਾ ਸੀ,
ਜਾਂ ਸੈਂਡ ਮਾਫੀਆ ਨੂੰ ਲੈ ਕੇ ਉਹ ਕੰਟਰੋਲ ਹੋਇਆ। ਟਰਾਂਸਪੋਰਟ ਮਾਫੀਆ ਜਿਹੜਾ ਹੈ, ਪਰਸਨਲੀ ਮਿਨਿਸਟਰ ਦੀ ਪਰਫਾਰਮੈਂਸ ਜਿਹੜੀ ਹੈ ਉਹ ਐਕਸਲੈਂਟ ਸ਼ੋ ਹੋਣੀ, ਇਹ ਸਾਰੀਆਂ ਗੱਲਾਂ ਦੇ ਨਾਲ ਕਾਂਗਰਸ ਦੇ ਵਿੱਚ ਥੋੜਾ ਜਿਹਾ ਕੁਝ ਠੀਕ ਠਾਕ ਹੋਣ ਲੱਗਿਆ ਲੱਗਦਾ। ਨਵਜੋਤ ਸਿੱਧੂ ਦਾ ਅਸਤੀਫਾ ਵਾਪਸ ਲੈਣਾ ਜਾਂ ਦੋਨਾਂ ਦੇ ਵਿੱਚ ਰੀਅਪਰੋਚਮੈਂਟ ਹੋ ਜਾਣੀ, ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਪਿਛਲਾ ਜਿਹੜਾ ਹਫਤਾ ਨਿਕਲਿਆ ਜਾਂ 2 ਹਫ਼ਤੇ ਨਿਕਲੇ ਹੈਗੇ, ਉਹਦੇ ਨਾਲ ਕੁਝ ਕਾਂਗਰਸ ਦੀ ਪੋਜੀਸ਼ਨ ਕੰਫਰਟੇਬਲ ਹੋਈ ਹੈ ਜੀ। ਔਰ ਕਾਂਗਰਸ ਦੇ ਮੁਕਾਬਲੇ ਦੇ ਵਿੱਚ ਜਿਹੜੀਆਂ 2 ਪੋਲੀਟੀਕਲ ਪਾਰਟੀਆਂ ਹੈਗੀਆਂ, ਉਹਨਾਂ ਦੀ ਪੋਜੀਸ਼ਨ ਵੀਕਨ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ। ਅੱਛਾ, ਇਹਦੇ ਚ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਇਹਦੇ ਚ ਇੱਕ ਸਵਾਲ ਦਾ ਜਵਾਬ ਦਿੰਦੇ ਜਾਇਓ। ਵੈਸੇ ਤਾਂ ਤੁਹਾਨੂੰ ਕੀ ਲੱਗਦਾ ਪ੍ਰੋਫੈਸਰ ਸਾਹਿਬ ਕਿ ਜਦੋਂ ਲੋਕਾਂ ਨੂੰ ਤਬਦੀਲੀ ਚਾਹੀਦੀ ਸੀ ਔਰ ਲੋਕਾਂ ਨੂੰ ਤਬਦੀਲੀ ਇਹਨਾਂ ਰਵਾਇਤੀ ਪਾਰਟੀਆਂ ਤੋਂ ਚਾਹੀਦੀ ਸੀ, ਤਾਂ ਇੱਕ ਪਾਰਟੀ ਦੇ ਅੰਦਰ ਵਾਪਰੀ ਤਬਦੀਲੀ ਹੀ ਜਿਹੜੀ ਤਬਦੀਲੀ ਲੱਗਣ ਲੱਗੀ? ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਰਾਜਾਸ਼ਾਹੀ ਵਰਗਾ ਠਾਠ-ਬਾਠ ਸੀ, ਲੋਕ ਉਹਦੇ ਤੋਂ ਔਰ ਅਕਾਲੀਆਂ ਦੀ ਪਰਿਵਾਰਵਾਦ ਦੀ ਰਾਜਨੀਤੀ ਤੋਂ ਕਿਸੇ ਨਵੀਂ ਧਿਰ ਵੱਲ ਜਾਣਾ ਚਾਹੁੰਦੇ ਸੀ, ਔਰ ਉਹਦਾ ਬਦਲ ਸਿਰਫ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਹੋ ਸਕਦਾ ਸੀ? ਜਦੋਂ ਇਹ ਬਦਲ ਲੋਕਾਂ ਨੂੰ ਪਾਰਟੀ ਕਾਂਗਰਸ ਦੇ ਵਿੱਚ ਹੀ ਨਜ਼ਰ ਆਉਣ ਲੱਗਿਆ, ਤੁਹਾਨੂੰ ਲੱਗਦਾ ਇਹਦਾ? ਦਰਅਸਲ ਕਾਂਗਰਸ ਦੀ ਇਹ ਗੱਲ ਰਹੀ ਕਿ ਰੂਲਿੰਗ ਪਾਰਟੀ ਦਾ ਵੀ ਤੇ ਆਪੋਜੀਸ਼ਨ ਦਾ ਵੀ ਦੋਨੋਂ ਹੀ ਰੋਲ ਕਾਂਗਰਸ ਸਾਈਮਲਟੇਨੀਅਸਲੀ ਜਿਹੜੀ ਹੈ ਪਰਫਾਰਮ ਕਰਦੀ ਰਹੀ ਹੈ। ਹੁਣ ਮੈਂ ਕੱਲ ਹੀ ਮੈਡਮ ਨਵਜੋਤ ਸਿੱਧੂ ਦਾ ਬਿਆਨ ਸੁਣ ਰਿਹਾ ਸੀ, ਉਹ ਇਹ ਕਹਿ ਰਹੇ ਸੀ ਕਿ 4.5 ਸਾਲ ਤਾਂ ਸਾਡੀ ਸਰਕਾਰ ਹੈ ਹੀ ਨਹੀਂ ਸੀ, ਸਾਡੀ ਸਰਕਾਰ ਤਾਂ ਹੁਣ ਬਣੀ ਹੈ, ਹੁਣ ਅਸੀਂ ਪਰਫਾਰਮੈਂਸ ਦਿਖਾਵਾਂਗੇ, ਨਾ ਹੁਣ ਅਸੀਂ ਰੇਤਾ ਵਿਕਣ ਦੇਣਾ, ਨਾ ਹੁਣ ਅਸੀਂ ਟਰਾਂਸਪੋਰਟ ਮਾਫੀਆ ਵਿਕਣ ਦੇਣਾ, ਤੇ ਅਸੀਂ ਲੋਕਾਂ ਦੇ ਕੰਮ ਕਰਾਂਗੇ। ਔਰ ਜੋ ਚੰਨੀ ਦੀ ਕਾਰਜਸ਼ੈਲੀ ਹੈ ਚੀਫ ਮਿਨਿਸਟਰ ਦੀ, ਲੋਕਾਂ ਦੇ ਵਿੱਚ ਵਿਚਰਨਾ, ਲਗਾਤਾਰ ਅਨਾਉਂਸਮੈਂਟਸ ਕਰਨਾ, ਕਾਂਗਰਸ ਥੋੜੀ ਜਿਹੀ ਰਿਵਾਈਵ ਹੁੰਦੀ ਲੱਗਦੀ ਹੈ, ਜਿਹਦੀ ਵਜ੍ਹਾ ਕਰਕੇ ਔਰ ਬਾਕੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਦੀਆਂ ਕੰਪੀਟੀਟਰਸ ਹੈਗੀਆਂ, ਉਹਨਾਂ ਦਾ ਪੋਪੂਲੈਰਿਟੀ ਗ੍ਰਾਫ ਗਿਰਦਾ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੀ ਅਸੀਂ ਦੇਖਿਆ ਹੀ ਹੈ, ਵੈਸੇ ਤਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, 2019 ਤੋਂ ਸ਼ੁਰੂ ਹੋ ਗਿਆ ਸੀ ਉਹਨਾਂ ਦੇ MLAs ਦਾ ਪਾਰਟੀ ਨੂੰ ਛੱਡਣਾ। 2019 ਦੇ ਵਿੱਚ ਮਾਨਸ਼ਾਹੀਆ ਤੇ ਸੰਧੋਆ ਛੱਡ ਕੇ ਚਲੇ ਗਏ, ਫਿਰ 3 MLA ਜਿਹੜੇ ਸੀ ਸੁਖਪਾਲ ਸਿੰਘ ਖਹਿਰਾ ਦੀ ਲੀਡਰਸ਼ਿਪ ਦੇ ਵਿੱਚ ਛੱਡ ਗਏ, ਇਸੇ ਤਰ੍ਹਾਂ ਫੁਲਕਾ ਸਾਹਿਬ ਨੇ ਰਿਜ਼ਾਈਨ ਕਰਤਾ। ਪਰ ਹੁਣ ਦੇ ਦਿਨਾਂ ਦੇ ਵਿੱਚ ਰੁਪਿੰਦਰ ਰੂਬੀ ਦਾ ਛੱਡਣਾ, ਫਿਰ ਜਗਤਾਰ ਸਿੰਘ ਜੱਗਾ ਦਾ ਅਨਾਉਂਸ ਕਰਨਾ, ਇਹ ਕਹਿਣਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਹੈਗੇ ਆਮ ਆਦਮੀ ਹੈਗੇ, ਇਹ ਆਮ ਆਦਮੀ ਨੂੰ ਰਿਪਰੈਜ਼ੈਂਟ ਕਰਦੇ ਹੈਗੇ, ਆਮ ਆਦਮੀ ਪਾਰਟੀ ਦਾ ਇੱਕ ਢੋਂਗ ਕਰ ਰਹੀ ਹੈ, ਉਹਦੇ ਵਿੱਚ ਅਸਲੀਅਤ ਨਹੀਂ ਹੈ। ਤਾਂ ਆਮ ਆਦਮੀ ਪਾਰਟੀ ਦਾ ਵੀ ਗ੍ਰਾਫ ਜਿਹੜਾ ਹੈ ਪਹਿਲੇ ਨਾਲੋਂ ਬਹੁਤ ਨੀਚੇ ਆ ਗਿਆ। ਜਿਹੜਾ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਆਲਟਰਨੇਟਿਵ ਗਵਰਨਮੈਂਟ ਦੇ ਸਕਦੇ ਹੈਗੇ, ਉਹ ਆਸ ਜਿਹੜੀ ਹੈ ਟੁੱਟਦੀ ਜਾ ਰਹੀ ਹੈ ਲੋਕਾਂ ਦੀ। ਇਸੇ ਤਰ੍ਹਾਂ ਅਕਾਲੀਆਂ ਦੀ ਗੱਲ ਹੈ, ਜੇ ਅਕਾਲੀਆਂ ਨੇ BSP ਦੇ ਨਾਲ ਸਮਝੌਤਾ ਜ਼ਰੂਰ ਕੀਤਾ, ਪਰ ਮੈਨੂੰ ਇਹ ਲੱਗਦਾ ਕਿ ਉਹ ਇਹ ਸਮਝੌਤਾ ਜਿਹੜਾ ਹੈ ਉਸ ਤਰ੍ਹਾਂ ਦਾ ਸਮਝੌਤਾ ਨਹੀਂ ਜਿਸ ਤਰ੍ਹਾਂ ਅਕਾਲੀ ਦਲ ਦਾ BJP ਦੇ ਨਾਲ ਹੁੰਦਾ ਸੀ। BSP ਨੇ ਤਾਂ ਮੈਨੂੰ ਇਹ ਲੱਗਦਾ ਕਿ ਸਿਰਫ ਅਕਾਲੀ ਦਲ ਨੂੰ ਆਪਣਾ ਨਾਮ ਦਿੱਤਾ ਹੈ, ਬਾਕੀ ਜਿਹੜੀ ਹੈਗੀ ਉਹ ਉਹਨਾਂ ਦਾ ਜੋ ਗੱਠਜੋੜ ਹੈ, ਉਹਨਾਂ ਦੀ ਕੈਮਿਸਟਰੀ ਉਸ ਤਰ੍ਹਾਂ ਦੀ ਨਹੀਂ ਬਣਦੀ ਦਿਖਾਈ ਦੇ ਰਹੀ। ਪਹਿਲਾਂ ਤਾਂ 2 ਸੀਟਾਂ ਉਹਨਾਂ ਤੋਂ ਬਗੈਰ ਪੁੱਛੇ ਜਿਹੜਾ ਹੈ ਉਹ ਸਵੈਪ ਕਰ ਦੇਤੀਆਂ BJP ਦੇ ਰੈਬਲਸ ਨੇ। ਇਸੇ ਤਰ੍ਹਾਂ ਹੀ ਹੁਣ ਸੋਨੀਆ ਮਾਨ ਦੀ ਗੱਲ ਚੱਲ ਰਹੀ ਸੀ ਕਿ ਉਹਨਾਂ ਨੂੰ ਮੋਹਾਲੀ ਤੋਂ ਇਲੈਕਸ਼ਨ ਲੜਾ ਸਕਦੇ ਹੈਗੇ, ਔਰ ਮੋਹਾਲੀ ਇੱਕ ਪਾਸੇ BSP ਨੂੰ ਦੇਈ ਫਿਰਦੇ ਹੈਗੇ। ਤਾਂ BSP ਤੇ ਅਕਾਲੀ ਦਲ ਦਾ ਜੋ ਗੱਠਜੋੜ ਹੈ ਉਹ ਉਹਨਾਂ ਮਜ਼ਬੂਤ ਨਹੀਂ ਹੈ ਕਿ ਉਹਨਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਸਕੇ। ਵੈਸੇ ਵੀ ਦੋਨੋਂ ਹੀ ਪਾਰਟੀਆਂ ਦੀ ਹੁਣ ਉਹ ਪੋਜੀਸ਼ਨ ਨਹੀਂ ਜੋ 1996 ਦੇ ਵਿੱਚ ਹੁੰਦੀ ਸੀ, ਜਾਂ ਇੱਕ ਦੂਜੇ ਨੂੰ ਜਿਤਾਉਣ ਵਾਲੀ ਪੋਜੀਸ਼ਨ ਦੇ ਵਿੱਚ ਸੀ। ਹੁਣ ਦੋਨਾਂ ਦਾ ਹੀ ਜਿਹੜਾ ਗ੍ਰਾਫ ਹੈ ਉਹ ਕਾਫੀ ਡਾਊਨ ਆਇਆ ਹੋਇਆ ਹੈ। ਇਹਦੇ ਵਿੱਚ ਅਕਾਲੀ ਦਲ ਵੀ ਜੋ ਉਸ ਪੋਜੀਸ਼ਨ ਦੇ ਵਿੱਚ ਨਹੀਂ, ਆਪ ਵੀ ਉਸ ਪੋਜੀਸ਼ਨ ਦੇ ਵਿੱਚ ਨਹੀਂ। ਇਹਦਾ ਫਾਇਦਾ ਕੌਣ ਲੈ ਸਕਦਾ? ਕਾਂਗਰਸ। ਇਹਨੂੰ ਕਾਊਂਟਰ ਕਰਨ ਵਾਸਤੇ ਹੁਣ BJP ਜਿਹੜੀ ਹੈ ਐਕਟਿਵ ਹੋਈ ਹੈ। ਕੱਲ ਮੈਂ ਗਿਆਨੀ ਸਾਹਿਬ ਦਾ ਵੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਚਾਹੇ ਸਾਨੂੰ ਲੜਨਾ ਵੀ ਪਵੇ ਅਸੀਂ ਲੜਾਂਗੇ, ਔਰ 117 ਦੀਆਂ 17 ਕੌਂਸਟੀਚੁਐਂਸੀ ਦੇ ਵਿੱਚ ਅਸੀਂ ਆਪਣੇ ਕੈਂਡੀਡੇਟ ਖੜਾਂਗੇ। ਜੇ ਸਾਨੂੰ
ਕੋਈ ਅਪੋਜ਼ ਕਰਦਾ, ਸਾਡੇ ਗਲ ਪੈਂਦਾ ਤਾਂ ਅਸੀਂ ਵੀ ਉਹਦੇ ਗਲ ਪਾਵਾਂਗੇ। ਮਤਲਬ ਇੱਕ ਅਗਰੈਸਿਵ ਕੰਪੇਨ। ਇਹਨਾਂ ਤਿੰਨਾਂ ਪਾਰਟੀਆਂ ਤੋਂ ਇਲਾਵਾ ਵੀ ਜਿਹੜੀਆਂ 2-3 ਛੋਟੀਆਂ ਪਾਰਟੀਆਂ ਇਸ ਤੋਂ ਬਾਹਰ ਬੈਠੀਆਂ, ਤਿੰਨਾਂ ਤੋਂ ਇਲਾਵਾ, ਜਿਵੇਂ ਇੱਕ ਲੋਕ ਇਨਸਾਫ ਪਾਰਟੀ ਹੈ, ਪੰਜਾਬ ਲੋਕ ਕਾਂਗਰਸ ਹੈ, ਜਾਂ ਸੰਯੁਕਤ ਅਕਾਲੀ ਦਲ ਹੈ, ਬੀਜੇਪੀ, ਇਹਨਾਂ ਛੋਟੀਆਂ ਪਾਰਟੀਆਂ ਦੇ ਨਾਲ ਅਗਰ ਇਹ ਪੰਜਾਬ ਦੇ ਮਸਲੇ ਹੱਲ ਹੋ ਜਾਂਦੇ ਹੈਗੇ। ਵੈਸੇ ਜੇ ਆਪਾਂ ਕਿਸਾਨਾਂ ਦੀ ਐਜੀਟੇਸ਼ਨ ਤੋਂ ਪਹਿਲਾਂ ਦੀ ਸਿਚੁਏਸ਼ਨ ਦੇਖੀਏ ਤਾਂ ਬੀਜੇਪੀ ਦੇ ਖਿਲਾਫ ਕੁਝ ਕਹਿਣ ਵਾਸਤੇ ਸਿੱਖ ਕਮਿਊਨਿਟੀ ਕੋਲੇ ਕੁਝ ਨਹੀਂ ਸੀ। ਬਿਲਕੁਲ ਠੀਕ। ਈਵਨ ਜਿਹੜੇ ਅਕਾਲੀ ਦਲ ਤੋਂ ਅਲੱਗ ਹੋਏ, ਬ੍ਰਹਮਪੁਰਾ ਸਾਹਿਬ ਜਦ ਟਕਸਾਲੀ ਅਕਾਲੀ ਦਲ ਬਣਾਇਆ, ਉਹਨਾਂ ਨੂੰ ਬੀਜੇਪੀ ਦੇ ਬਾਰੇ ਪੁੱਛਿਆ ਤੇ ਨਰਿੰਦਰ ਮੋਦੀ ਦੇ ਬਾਰੇ ਪੁੱਛਿਆ ਕੋਰਸਪੋਂਡੈਂਟਾਂ ਨੇ, ਉਹਨਾਂ ਨੇ ਕਿਹਾ ਅਸੀਂ ਉਂਝ ਮਾੜਾ ਕਹਿ ਦਈਏ, ਜਦ ਉਹਨਾਂ ਨੇ ਸਿੱਖਾਂ ਦਾ ਕੋਈ ਨੁਕਸਾਨ ਹੀ ਨਹੀਂ ਕੀਤਾ, ਫਾਇਦਾ ਹੀ ਕੀਤਾ। ਇਹ ਤਾਂ ਕਿਸਾਨੀ ਐਜੀਟੇਸ਼ਨ ਦੇ ਵਿੱਚ ਆ ਕੇ ਪਾਰਟੀਆਂ ਫਸ ਗਈਆਂ। ਅਗਰ ਕਿਸਾਨੀ ਐਜੀਟੇਸ਼ਨ ਦਾ ਮੁੱਦਾ ਸੋਲਵ ਹੋ ਜਾਂਦਾ, ਜਿਵੇਂ ਲੱਗਦਾ ਹੈ ਕਿ ਬੀਜੇਪੀ ਨੇ ਕਹਿ ਕੇ ਡਿਮਾਂਡ ਕਰਵਾਈ ਹੈ ਆਪਣੀ ਪਾਰਟੀ ਤੋਂ ਤਾਂ ਕਿ ਉਹਨਾਂ ਨੂੰ ਕ੍ਰੈਡਿਟ ਮਿਲ ਸਕੇ, ਕਰਤਾਰਪੁਰ ਲਾਂਘਾ ਖੁੱਲ ਜਾਂਦਾ ਹੈ, ਤਾਂ ਇਹਦੇ ਨਾਲ ਪੋਲੀਟੀਕਲ ਸਿਚੁਏਸ਼ਨ ਜਿਹੜੀ ਹੈਗੀ ਉਹ ਚੇਂਜ ਹੋਣ ਦੀ ਆਸ ਹੈ। ਅੱਛਾ ਪ੍ਰੋਫੈਸਰ ਸਾਹਿਬ, ਇਹਦੇ ਚ ਦਿਲਚਸਪ ਚੀਜ਼ ਤੁਸੀਂ ਸ਼ਾਮਲ ਕੀਤੀ ਹੈ। ਨੋ ਡਾਊਟ ਇਹ 3 ਮੁੱਦੇ ਤਾਂ ਹੈ ਹੀ ਆ, ਜਿਨ੍ਹਾਂ ਚ ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਮੈਨੂੰ ਲੱਗਦਾ ਬਿਨਾਂ ਦੇਰੀ ਨਾਲ ਹੀ ਅਨਾਉਂਸਮੈਂਟ ਹੋ ਜੂ। ਪ੍ਰਧਾਨ ਮੰਤਰੀ ਕਹਿਣਗੇ ਕਿ ਮੈਨੂੰ ਮਿਲੇ ਸੀ ਮੇਰਾ ਡੈਲੀਗੇਸ਼ਨ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੈ। ਠੀਕ ਹੈ ਜੀ, ਉਹ ਤਾਂ ਗੁਰੂ ਹੀ ਸਾਡੇ ਨੇ, ਇਹ ਗੱਲ ਕਹੀ ਜਾਊਗੀ। ਲੇਕਿਨ ਮੇਰੇ ਕੋਲ ਜਿਹੜਾ ਆਧਾਰ ਹੈ ਗੱਲ ਕਰਨ ਦਾ, ਉਹ ਜਿਹੜੀ ਮੰਗ ਰੱਖੀ ਗਈ 84 ਦੇ ਕਤਲੇਆਮ ਨਾਲ ਸੰਬੰਧਿਤ, ਪ੍ਰੋਫੈਸਰ ਸਾਹਿਬ ਬਹੁਤ ਨੀਝ ਲਾ ਕੇ ਦੇਖਣ ਵਾਲਾ ਮਾਮਲਾ ਹੈ। ਬੀਜੇਪੀ ਨੂੰ ਇਹ ਲੱਗਦਾ ਹੈ ਕਿ ਮੇਰਾ ਮੁਕਾਬਲਾ ਕਾਂਗਰਸ ਨਾਲ ਹੋਣ ਵਾਲਾ ਹੈ। ਮੰਨ ਲਓ ਸ਼ਹਿਰਾਂ 'ਚ, ਪਿੰਡਾਂ ਦੇ ਵਿੱਚ ਜੇ ਹੁੰਦਾ ਹੈ ਤਾਂ ਜੇ ਕਾਂਗਰਸ ਵਰਗੀ ਜਮਾਤ ਜਿਹਦੀ ਕਰਤਾ ਧਰਤਾ ਕਿਸੇ ਵੇਲੇ ਇੰਦਰਾ ਗਾਂਧੀ ਸੀ, ਉਹਨੇ ਅਕਾਲ ਤਖਤ ਸਾਹਿਬ ਔਰ ਦਰਬਾਰ ਸਾਹਿਬ ਤੇ ਫੌਜਾਂ ਵਾਲੇ ਹਮਲੇ ਦਾ ਫੈਸਲਾ ਕਰ ਲਿਆ, ਜੇਕਰ ਸਿੱਖਾਂ ਨੇ ਇਸ ਜਮਾਤ ਨੂੰ ਵੀ 3 ਵਾਰੀ ਪਾਵਰ ਦੇਤੀ, ਉਸ ਤੋਂ ਬਾਅਦ ਬੇਅੰਤ ਸਿੰਘ, 2 ਵਾਰੀ ਕੈਪਟਨ ਅਮਰਿੰਦਰ ਸਿੰਘ, ਹੁਣ ਚੰਨੀ ਸਾਹਿਬ, ਤਾਂ ਬੀਜੇਪੀ ਅਛੂਤ ਕਿਉਂ? ਮੈਨੂੰ ਲੱਗਦਾ ਕਿ ਜਿਹੜਾ 84 ਦੇ ਕਤਲੇਆਮ ਵਾਲਾ ਮਾਮਲਾ ਉਠਾਤਾ ਗਿਆ, ਇਹ ਇਸੇ ਹੀ ਦ੍ਰਿਸ਼ਟੀ ਤੋਂ ਉਠਾਇਆ ਗਿਆ ਕਿ ਉਹ ਵੀ ਹਿੰਦੂ ਜਮਾਤ ਹੈ, ਇਹ ਵੀ ਹਿੰਦੂ ਜਮਾਤ ਹੈ। ਕਾਂਗਰਸ ਪੰਜਾਬ ਦੇ ਵਿੱਚ ਸਿੱਖ ਚਿਹਰਿਆਂ ਨਾਲ ਅੱਗੇ ਵੱਧਦੀ ਆ, ਬੀਜੇਪੀ ਵੀ ਸਿੱਖ ਚਿਹਰਿਆਂ ਨਾਲ ਹੀ ਅੱਗੇ ਵਧਣਾ ਚਾਹੁੰਦੀ ਹੈ ਅੱਜ ਵਾਲੇ ਡੈਲੀਗੇਸ਼ਨ ਨੂੰ ਲੈ ਕੇ। ਜੇ ਤੁਸੀਂ ਹੋਰ ਥੋੜਾ ਨੀਚ ਨਾਲ ਦੇਖੋ ਤੇ ਮੈਨੂੰ ਲੱਗਦਾ ਕਿ ਅਗਲੇ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਹਨਾਂ ਤਰਜੀਹਾਂ ਤੇ, ਇਹਨਾਂ ਧਰਾਤਲਾਂ ਦੇ ਉੱਤੇ ਤੇ ਇਹਨਾਂ ਹਥਿਆਰਾਂ ਨਾਲ ਲੜਨਾ। ਕੀ ਕਹਿੰਦੇ ਹੋ? ਬਿਲਕੁਲ ਠੀਕ ਹੈ ਕਿ ਇਹ ਜਿਹੜੇ ਇਸ ਟਾਈਮ ਮਸਲੇ ਸੋਲਵ ਕਰਨ ਦੀ ਗੱਲ ਹੋ ਰਹੀ ਹੈ, ਉਹ ਨੈਚੁਰਲੀ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਈ ਹੋ ਰਹੀ ਹੈ। ਔਰ ਬੀਜੇਪੀ ਪੰਜਾਬ ਦੇ ਵਿੱਚ ਐਸੇ ਅਲਾਈਜ਼ ਦੀ ਭਾਲ ਦੇ ਵਿੱਚ ਹੋਏਗੀ ਜਿਹੜੇ ਉਹਦੇ ਸਪੋਰਟ ਬੇਸ ਨੂੰ ਸਪਲੀਮੈਂਟ ਕਰ ਸਕਣ। ਵੈਸੇ ਤਾਂ ਜੇ ਅਸੀਂ ਪਿੱਛੇ ਜਾ ਕੇ ਦੇਖੀਏ ਤਾਂ ਤਕਰੀਬਨ ਬੀਜੇਪੀ 49 ਸੀਟਾਂ ਤੇ ਵੀ ਇਕੱਲੀ ਇਲੈਕਸ਼ਨ ਲੜਦੀ ਰਹੀ ਹੈ। 1967 ਦੇ ਵਿੱਚ 49 ਤੇ ਲੜੀ, ਔਰ 1969 ਦੇ ਵਿੱਚ ਹਾਲਾਂਕਿ ਅਕਾਲੀ ਦਲ ਨਾਲ ਅਲਾਈਅੰਸ ਸੀ ਜੀ, ਉਸ ਟਾਈਮ 104 ਸੀਟਾਂ ਹੁੰਦੀਆਂ ਸੀ, 30 ਸੀਟਾਂ ਤੇ ਬੀਜੇਪੀ ਨੇ ਲੜਿਆ। 1972 ਦੇ ਵਿੱਚ 33 ਤੇ ਲੜਿਆ, ਕਾਫੀ ਸੀਟਾਂ ਤੇ ਲੜਦੀ ਰਹੀ ਹੈ, ਈਵਨ ਜਦ ਇਕੱਲੇ ਵੀ ਲੜਦੇ ਸੀ। ਔਰ ਜਦ 1969 ਦੇ ਵਿੱਚ 33 ਸੀਟਾਂ ਤੇ ਲੜਿਆ, ਸਿਰਫ 6 ਸੀਟਾਂ ਐਸੀਆਂ ਸੀ ਜਿਨ੍ਹਾਂ ਤੇ ਜ਼ਮਾਨਤ ਜ਼ਬਤ ਹੋਈ। ਜ਼ਮਾਨਤ ਕਦ ਜ਼ਬਤ ਹੁੰਦੀ ਹੈ? ਜਦ 1/6 ਵੋਟਾਂ ਨਹੀਂ ਲੈ ਪਾਉਂਦੇ। ਇਹਦਾ ਮਤਲਬ 16.67% ਵੋਟਾਂ ਜੇ ਤੁਸੀਂ ਨਹੀਂ ਲੈਂਦੇ ਤਾਂ ਤੁਹਾਡੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਜਿੱਥੇ ਨਹੀਂ ਹੁੰਦੀ ਇਹਦਾ ਮਤਲਬ ਤੁਸੀਂ 17% ਤੋਂ ਜ਼ਿਆਦਾ ਵੋਟਾਂ ਲਿੱਤੀਆਂ ਜੀ, ਤਾਂ ਤਕਰੀਬਨ 24 ਸੀਟਾਂ ਤੇ ਵਿਦਆਊਟ ਐਨੀ ਅਲਾਈਅੰਸ 20% ਤੋਂ ਜ਼ਿਆਦਾ ਵੋਟਾਂ। ਤੇ ਇਹਦਾ ਜਿਹੜਾ ਸਮਰਥਨ ਆਧਾਰ ਹੈ ਉਹ ਮੇਨਲੀ ਦੁਆਬੇ ਦੇ ਵਿੱਚ ਹੈ, ਕਿਉਂਕਿ ਦੁਆਬਾ ਜਿਹੜਾ ਹੈਗਾ, ਆਪਾਂ ਚਾਰੋਂ ਦੇ ਚਾਰਾਂ ਡਿਸਟ੍ਰਿਕਟਾਂ ਨੂੰ ਵੀ ਜੇ ਮਿਲਾ ਕੇ ਦੇਖ ਲਈਏ, ਤਕਰੀਬਨ ਉੱਥੇ 63% ਹਿੰਦੂ ਪਾਪੂਲੇਸ਼ਨ ਹੈ ਜੀ ਜੀ ਜੀ। ਬਾਕੀ ਜਿਹੜੇ 2 ਰੀਜਨ ਹੈਗੇ, ਮਾਝਾ ਤੇ ਮਾਲਵਾ, ਇਹ ਸਿੱਖ ਡੋਮੀਨੇਟਡ ਹੈਗੇ। ਤਾਂ ਇਹਦਾ ਸਮਰਥਨ ਆਧਾਰ ਜਿਹੜਾ ਹੈ, ਮਾਝੇ ਦੇ ਵਿੱਚ ਜਿਹੜੀਆਂ ਅਰਬਨ ਸੀਟਾਂ ਹੈਗੀਆਂ ਉਹ ਹਿੰਦੂ ਡੋਮੀਨੇਟਡ ਉੱਥੇ ਹੈ। ਦੁਆਬੇ ਦੇ ਵਿੱਚ ਈਵਨ ਜਿਹੜਾ ਹੈਗਾ ਕਈ ਰੂਰਲ ਸੀਟਾਂ ਤੇ ਵੀ ਹੈ, ਤੇ ਮਾਲਵੇ ਦੇ ਵਿੱਚ ਥੋੜਾ ਜਿਹਾ ਇਹਦਾ ਸਪੋਰਟ ਬੇਸ ਹੈ। ਜਿਵੇਂ ਅਸੀਂ ਪਟਿਆਲੇ ਦੇ ਵਿੱਚ ਰਾਜਪੁਰੇ ਦੀ ਗੱਲ ਕਰ ਲਈਏ
ਲੁਧਿਆਣੇ ਦੇ ਵਿੱਚ 3 ਸੀਟਾਂ ਹੈਗੀਆਂ, ਜਾਂ ਨੰਗਲ ਦੇ ਵਿੱਚ ਹੈ, ਜਾਂ ਫਿਰੋਜ਼ਪੁਰ ਦੇ ਵਿੱਚ ਹੈ, ਤਾਂ ਐਸੀ ਪਾਰਟੀ ਇਹਨਾਂ ਨੂੰ ਚਾਹੀਦੀ ਹੈ ਜਿਹਦਾ ਮਾਝੇ ਤੇ ਮਾਲਵੇ ਦੇ ਵਿੱਚ ਅੱਛਾ ਖਾਸਾ ਅਸਰ ਹੋਵੇ। ਉਹਦੇ ਵਿੱਚ ਜਿਹੜੀਆਂ 2-3 ਪਾਰਟੀਆਂ ਦੀ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਜੇ ਇਹ ਪੰਜਾਬ ਜੇ ਕਿਸਾਨਾਂ ਦਾ ਮਸਲਾ ਸੋਲਵ ਹੋ ਜਾਵੇ ਤਾਂ ਕਾਫੀ ਰਾਹਤ ਬੀਜੇਪੀ ਨੂੰ ਪੋਲੀਟੀਕਲੀ ਮਿਲ ਸਕਦੀ ਹੈ। ਈਵਨ ਜੇ ਅਕਾਲੀ ਦਲ ਨਾਲ ਨਹੀਂ ਵੀ ਸਮਝੌਤਾ ਹੁੰਦਾ ਤਾਂ ਕੋਈ ਨਾ ਕੋਈ ਟੈਕਟੀਕਲ ਅੰਡਰਸਟੈਂਡਿੰਗ ਤਾਂ ਲਾਜ਼ਮੀ ਹੋਣੀ ਹੈ, ਅਗਰ ਇਹ ਮਤਲਬ ਜਿਹੜਾ ਮਸਲਾ ਖਤਮ ਹੋ ਜਾਂਦਾ ਹੈ। ਤਾਂ ਉਹਨਾਂ ਕੋਲੇ ਆਪਸ਼ਨ ਕੀ ਹੈ? ਪੰਜਾਬ ਲੋਕ ਕਾਂਗਰਸ ਦੀ ਆਪਸ਼ਨ ਹੈ, ਸੰਯੁਕਤ ਅਕਾਲੀ ਦਲ ਦੀ ਆਪਸ਼ਨ ਹੈ, ਫਿਰ ਜਿਹੜਾ ਹੈਗਾ ਲੋਕ ਇਨਸਾਫ ਪਾਰਟੀ ਦੀ ਆਪਸ਼ਨ ਹੈ। ਇਹਨਾਂ ਨਾਲ ਇੱਕ ਅੱਛਾ ਫਰੰਟ ਜਿਹੜਾ ਬਣ ਸਕਦਾ ਹੈ ਔਰ ਪੰਜਾਬ ਦੇ ਵਿੱਚ ਬੀਜੇਪੀ ਦੀਆਂ ਕਾਫੀ ਸੰਭਾਵਨਾਵਾਂ ਹੋ ਸਕਦੀਆਂ। ਘੱਟੋ ਘੱਟ ਜੇ ਸਰਕਾਰ ਨਹੀਂ ਬਣਦੀ ਤਾਂ ਕਿੰਗ ਮੇਕਰ ਦਾ ਰੋਲ ਜ਼ਰੂਰ ਬੀਜੇਪੀ ਪਲੇ ਕਰ ਸਕਦੀ ਹੈ, ਅਗਰ ਇਹ ਮਸਲੇ ਸੋਲਵ ਹੋ ਜਾਂਦੇ। ਔਰ ਅਗਰ ਕਿਸਾਨਾਂ ਦਾ ਮਸਲਾ ਸੋਲਵ ਹੋ ਜਾਂਦਾ ਹੈ ਤਾਂ ਯੂਪੀ ਦੇ ਵਿੱਚ ਵੀ ਇਹਨੂੰ ਐਡਵਾਂਟੇਜ ਹੋਏਗਾ। ਸਿਰਫ ਪੰਜਾਬ ਦੀ ਗੱਲ ਨਹੀਂ, ਯੂਪੀ ਉਹਨਾਂ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਨਾਲੋਂ ਵੀ। ਪਰ ਆਪਾਂ ਅੱਜ ਪੰਜਾਬ ਦੀ ਗੱਲ ਕਰ ਰਹੇ ਹਾਂ। ਇਸ ਸਮੇਂ ਇਹ ਲੱਗਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ, ਜਿਸ ਤਰ੍ਹਾਂ ਦੀ ਚੇਂਜ ਆਫ ਲੀਡਰਸ਼ਿਪ ਦੇ ਨਾਲ ਇੱਕਦਮ ਜਿਹੜੀ ਸਿਆਸਤ ਚੇਂਜ ਹੋਈ ਹੈ, ਚੰਨੀ ਦੇ ਕੰਮ ਕਰਨ ਦਾ ਸਟਾਈਲ, ਜਲਦ ਫਟਾਫਟ ਡੇਲੀ ਅਨਾਉਂਸਮੈਂਟਸ ਕਰਨੀਆਂ, ਬੜੇ ਫੈਸਲੇ ਲੈਣੇ, ਲੋਕਾਂ ਦੇ ਵਿੱਚ ਜਾ ਕੇ ਵਿਚਰਨਾ, ਉਹਦੇ ਨਾਲ ਕਾਂਗਰਸ ਥੋੜੀ ਜਿਹੀ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਆਈ ਹੈ। ਔਰ ਉਹਦੇ ਮੁਕਾਬਲੇ ਦੇ ਵਿੱਚ ਜਿਹੜੀਆਂ ਧਿਰਾਂ ਹੈਗੀਆਂ ਉਹ ਪਿੱਛੇ ਚਲੀ ਜਾਂਗੀਆਂ। ਪਰ ਮੈਨੂੰ ਇਹ ਦੱਸਿਓ, ਮੈਨੂੰ ਦੱਸਿਓ, ਇਹਦਾ ਮਤਲਬ ਹੈ ਕਿ ਹੁਣ ਦੂਜੀਆਂ ਪਾਰਟੀਆਂ ਇਹ ਵੇਟ ਕਰਨ ਕਿ ਕਾਂਗਰਸ ਕਿੱਥੇ ਗਲਤੀ ਕਰਦੀ ਹੈ? ਜੇ ਬੀਜੇਪੀ ਦੀ ਵੀ ਕੋਈ ਸੰਭਾਵਨਾ ਬਣਦੀ ਹੈ ਤਾਂ ਉਹ ਕਾਂਗਰਸ ਦੀ ਆਪਣੀ ਕਿਸੇ ਹੋਰ ਮਿਸਟੇਕ ਦੇ ਵਿੱਚੋਂ ਨਿਕਲ ਕੇ ਆਊਗੀ। ਮੈਨੂੰ ਇਹ ਜ਼ਰੂਰ ਦੱਸਿਓ ਕਿ ਜੇ ਹੰਗ ਅਸੈਂਬਲੀ ਵੱਲ ਜਾਣਾ ਹੋਵੇ ਤਾਂ ਮਤਲਬ ਜੇ ਆਉਂਦੇ ਦਿਨਾਂ 'ਚ ਕਾਂਗਰਸ 'ਚ ਕੋਈ ਨਵਾਂ ਰਫੜ ਪੈ ਜੇ ਜਾਂ ਇਹਨਾਂ ਦੇ ਖਿਲਾਫ ਕੋਈ ਅਚਨਚੇਤ ਕੋਈ ਅੰਦਰੋਂ ਨਿਕਲ ਕੇ ਮਸਲੇ ਆ ਜਾਣ, ਕੋਈ ਵੱਡੇ ਸਕੈਂਡਲ ਨਿਕਲ ਕੇ ਆ ਜਾਣ, ਐਸੀਆਂ ਸੰਭਾਵਨਾਵਾਂ ਦੇ ਵਿੱਚੋਂ ਦੂਜੀਆਂ ਪਾਰਟੀਆਂ ਨੂੰ ਵੇਟ ਕਰਨੀ ਚਾਹੀਦੀ ਹੈ ਕਿ ਇਹ ਕੁਝ ਹੋ ਜੇ ਤਾਂ ਸਾਡਾ ਥੋੜਾ ਜਿਹਾ ਗ੍ਰਾਫ ਬਣ ਜੇ। ਜੀ, ਉਹ ਇਸ ਗੱਲ ਦੀ ਤਾਕ ਦੇ ਵਿੱਚ ਹੀ ਹੈਗੀ। ਜਿਵੇਂ ਬੇਅਦਬੀ ਵਾਲਾ ਇਸ਼ੂ ਹੈ, ਉੱਥੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਲੀਡਰਾਂ ਨੇ, ਚੰਦੂ ਮਾਜਰਾ, ਮਹੇਸ਼ ਇੰਦਰ ਗਰੇਵਾਲ ਤੇ ਡਾਕਟਰ ਦਲਜੀਤ ਸਿੰਘ ਚੀਮਾ, ਉਹ ਇਹ ਕਹਿ ਰਹੇ ਸੀ ਕਿ ਕਨਸਪੀਰੇਸੀ ਹੈਚ ਕੀਤੀ ਜਾ ਰਹੀ ਹੈ ਅਕਾਲੀ ਲੀਡਰਸ਼ਿਪ ਨੂੰ ਫਸਾਉਣ ਵਾਸਤੇ ਇਲੈਕਸ਼ਨਾਂ ਦੇ ਮੱਦੇਨਜ਼ਰ। ਔਰ ਕਈ ਸੀਕ੍ਰੇਟ ਮੀਟਿੰਗਸ ਹੋ ਰਹੀਆਂ ਕਿ ਪੰਜਾਬ ਭਵਨ ਦੇ ਵਿੱਚ ਹੋਈ ਹੈ, ਜਿਹਦੇ ਵਿੱਚ ਕੁਝ ਰਿਟਾਇਰਡ IPS ਆਫੀਸਰ ਵੀ ਬੁਲਾਏ ਗਏ ਤੇ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਲੀਡਰਸ਼ਿਪ ਨੂੰ ਇਹਦੇ ਫਸਾਇਆ ਜਾਵੇ। ਔਰ ਗਵਰਨਰ ਤੋਂ ਕਹਿੰਦੇ ਸੀ ਅਸੀਂ ਡਿਮਾਂਡ ਕਰਾਂਗੇ ਕਿ ਇਹਦੀ ਸੀਕ੍ਰੇਟ ਜਿਹੜੀ ਮੀਟਿੰਗ ਹੋਈ ਹੈ ਉਹਦੀ ਫੁਟੇਜ ਦਿੱਤੀ ਜਾਵੇ। ਇਹਦਾ ਮਤਲਬ ਉਹਨਾਂ ਨੂੰ ਇਹ ਖਦਸ਼ਾ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਇਹਦੇ ਵਿੱਚ ਇੰਪਲੀਕੇਟ ਕੀਤਾ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਉਹਦੇ ਨਾਲ ਅਕਾਲੀ ਦਲ ਦੀ ਪੋਜੀਸ਼ਨ ਜਿਹੜੀ ਹੈਗੀ ਹੋਰ ਵੀਕਨ ਹੋ ਸਕਦੀ ਹੈ। ਉਹ ਡਿਫੈਂਸ ਮੈਕੈਨਿਜ਼ਮ ਜਿਹੜਾ ਹੈ ਉਹ ਚੱਲ ਰਿਹਾ ਹੈ। ਔਰ ਅੰਦਰ ਚਾਹੇ ਮਤਲਬ ਜਿਹੜੀ ਜੇ ਕਾਂਗਰਸ ਅੱਜ ਮਜ਼ਬੂਤ ਲੱਗਦੀ ਹੈ ਤਾਂ ਡੇਲੀ ਦੀ ਸਿਆਸਤ ਦੇ ਵਿੱਚ ਡੇਲੀ ਚੇਂਜਸ ਹੁੰਦੀਆਂ ਹੈਗੀਆਂ। ਅਕਾਲੀ ਦਲ ਵੀ ਇਸ ਤਾਕ ਦੇ ਵਿੱਚ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਉਲਝਾਇਆ ਜਾਵੇ, ਕਿਉਂਕਿ ਕਰਪਸ਼ਨ ਦੇ ਬੜੇ ਇਸ਼ੂ ਹੈਗੇ। ਈਵਨ ਕਾਂਗਰਸ ਦੇ ਲੀਡਰ ਇੱਕ ਦੂਜੇ ਦੇ ਖਿਲਾਫ ਐਲੀਗੇਸ਼ਨ ਲਗਾਉਂਦੇ ਹੈਗੇ। ਇਹ ਨਹੀਂ ਕਿ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੇ ਐਲੀਗੇਸ਼ਨ ਲਗਾਏ ਹੈਗੇ, ਬਲਕਿ ਹੁਣ ਜਿਹੜੀ ਕਾਂਗਰਸ ਹੈ ਚੰਨੀ ਦੇ ਅੰਡਰ ਕੰਮ ਕਰ ਰਹੀ ਹੈ, ਜਾਂ ਚੰਨੀ ਸਿੱਧੂ ਦੀ ਵਾਲੀ ਜਿਹੜੀ ਕਾਂਗਰਸ ਹੈ, ਉਹਦੇ ਮੰਤਰੀ, ਉਹਦੇ ਲੀਡਰ ਵੀ ਇੱਕ ਦੂਜੇ ਦੇ ਖਿਲਾਫ ਐਲੀਗੇਸ਼ਨਸ ਲਗਾ ਰਹੇ ਹੈਗੇ। ਐਸੀ ਸਿਚੁਏਸ਼ਨ ਦੇ ਵਿੱਚ ਅਕਾਲੀ ਦਲ ਇਸ ਤਾਂਗ ਦੇ ਵਿੱਚ ਹੈ ਕਿ ਕੋਈ ਨਾ ਕੋਈ ਐਸਾ ਸਾਨੂੰ ਮੁੱਦਾ ਮਿਲ ਜਾਵੇ ਜਿਹਦੇ ਤੇ ਅਸੀਂ ਕਾਂਗਰਸ ਨੂੰ ਡਿਫੈਂਸਿਵ ਕਰ ਸਕੀਏ। ਪ੍ਰੋਫੈਸਰ ਸਾਹਿਬ, ਜਦੋਂ ਅੱਜ ਬੀਜੇਪੀ ਐਕਟਿਵ ਹੋਈ ਆ, ਪ੍ਰਧਾਨ ਮੰਤਰੀ ਸਿੱਧੇ ਵਿੱਚ ਆਏ ਨੇ ਮਾਮਲੇ ਦੇ, ਇਹ ਡੈਲੀਗੇਸ਼ਨ ਗ੍ਰਹਿ ਮੰਤਰੀ ਨੂੰ ਵੀ ਮਿਲ ਸਕਦਾ ਸੀ, ਕਿਸੇ ਹੋਰ ਪੱਧਰ ਤੇ ਵਿਦੇਸ਼ ਮੰਤਰਾਲੇ ਕੋਲ ਵੀ ਜਾ ਸਕਦਾ ਸੀ ਲਾਂਘੇ ਨੂੰ ਲੈ ਕੇ, ਐਗਰੀਕਲਚਰ ਮਿਨਿਸਟਰੀ ਕੋਲ ਜਾ ਸਕਦਾ ਸੀ ਕਿਸਾਨੀ ਬਿੱਲਾਂ ਨੂੰ ਲੈ ਕੇ। ਜੇ ਪ੍ਰਧਾਨ ਮੰਤਰੀ ਨੇ ਸਮਾਂ ਦਿੱਤਾ ਹੈ ਔਰ ਏਡਾ ਵੱਡਾ ਡੈਲੀਗੇਸ਼ਨ ਗਿਆ ਔਰ ਉਹਨਾਂ ਚੋਂ ਜ਼ਿਆਦਾ ਦਸਤਾਰਧਾਰੀ ਨੇ, ਤਾਂ ਇਹਦਾ ਇੱਕ ਅਰਥ ਇਹ ਵੀ ਲੈਣਾ ਬਣਦਾ ਹੈ, ਜਿਹੜੀ ਗੱਲ ਹੁਣੇ ਕਰਕੇ ਹਟਿਆ, ਕਿ ਜਿਨ੍ਹਾਂ ਦੀ ਸੱਤਾ ਪੰਜਾਬ 'ਚ ਆ ਉਹ ਇਹ ਨਾ ਸੋਚ ਲੈਣ ਕਿ ਉਹ ਸੇਫ ਨੇ। ਜਿਹੜੀਆਂ ਫਾਈਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੇਰੇ ਕੋਲ ਨੇ,
ਜਿਹੜੀ ਉਹ ਕਹਿੰਦੇ ਜੀ ਮੈਨੂੰ ਏਜੰਸੀਆਂ ਨੇ ਰਿਪੋਰਟ ਕੀਤਾ ਸੀ ਕਿ ਮੇਰੇ ਆਪਣੇ ਜਿਹੜੇ ਐਮਐਲਏ ਤੇ ਵਜ਼ੀਰ ਆ ਉਹ ਮਾਈਨਿੰਗ ਤੋਂ ਲੈ ਕੇ ਹੋਰ ਕਈ ਮਾਮਲਿਆਂ 'ਚ ਸ਼ਾਮਲ ਸੀ, ਉਹ ਫਾਈਲਾਂ ਕੇਂਦਰ ਨੂੰ ਵੀ ਦਿੱਤੀਆਂ ਜਾ ਸਕਦੀਆਂ। ਕੇਂਦਰ ਦੀ ਅਗਲੀ ਮੂਵ ਪੰਜਾਬ ਕਾਂਗਰਸ ਦੀ ਬਣੀ ਹਵਾ ਖਰਾਬ ਕਰਨ ਵਾਲੀ ਵੀ ਹੋ ਸਕਦੀ ਹੈ। ਰਾਜਨੀਤੀ 'ਚ ਕੁਝ ਵੀ ਸੰਭਵ ਹੈ। ਤੁਹਾਨੂੰ ਲੱਗਦਾ ਕਿ ਕੇਂਦਰੀ ਏਜੰਸੀਆਂ, ਸੁਖਪਾਲ ਸਿੰਘ ਖਹਿਰਾ ਇੱਕ ਐਗਜ਼ਾਮਪਲ ਇਹਦੇ 'ਚ ਦੇਖੀ ਜਾ ਸਕਦੀ ਆ, ਇਹ ਕੁਝ ਵੀ ਸੰਭਵ ਹੈ, ਕਿਸੇ ਵੇਲੇ ਵੀ ਕਿਸੇ ਨੂੰ ਕਿਸੇ ਵੀ ਆਧਾਰ ਤੇ ਹੱਥ ਪਾਇਆ ਜਾ ਸਕਦਾ। ਪੰਜਾਬ ਦੇ ਆਉਂਦੇ ਦਿਨ ਸਮੂਥ ਨਹੀਂ ਰਹਿਣ ਵਾਲੇ, ਕਿਹਦੀ ਚੜ੍ਹਾਈ 10 ਦਿਨ ਹੈ ਤੇ ਕਿਹਦੀ 5 ਦਿਨ ਹੈ, ਕੋਈ ਪਤਾ ਨਹੀਂ ਲੱਗਣਾ। ਤੁਹਾਨੂੰ ਲੱਗਦਾ ਬੀਜੇਪੀ ਵੱਡੀ ਗੇਮ ਖੇਡੂਗੀ? ਬਿਲਕੁਲ ਰੰਧਾਵਾ ਸਾਹਿਬ, ਜਿਵੇਂ ਅਕਸਰ ਸਿਆਸਤ ਦੇ ਵਿੱਚ ਹੁੰਦਾ ਕਿ ਹਮਾਮ ਦੇ ਵਿੱਚ ਸਾਰੇ ਨੰਗੇ ਹੈਗੇ, ਹਰ ਇੱਕ ਦੇ ਖਿਲਾਫ ਕੋਈ ਨਾ ਕੋਈ ਐਲੀਗੇਸ਼ਨ ਹੈ, ਹਰ ਇੱਕ ਦੇ ਖਿਲਾਫ ਕੋਈ ਨਾ ਕੋਈ ਗਲਤ ਕੰਮ ਕਰਨ ਦੇ ਜਿਹੜੇ ਹੈਗੇ ਉਹ ਸਬੂਤ ਵੀ ਪਏ ਹੈਗੇ। ਐਸੀ ਸਿਚੁਏਸ਼ਨ ਦੇ ਵਿੱਚ ਅਗਰ ਸੈਂਟਰ ਦੀ ਗਵਰਨਮੈਂਟ ਕਿਸੇ ਪਾਰਟੀ ਨੂੰ ਟਾਰਗੇਟ ਕਰ ਲੈਂਦੀ ਹੈ, ਕਿਸੇ ਲੀਡਰ ਨੂੰ ਟਾਰਗੇਟ ਕਰ ਲੈਂਦੀ ਹੈ, ਤਾਂ ਉਹਨੂੰ ਫਸਾਣਾ ਕੋਈ ਔਖਾ ਕੰਮ ਨਹੀਂ ਹੈ। ਜਿਵੇਂ ਸੁਖਪਾਲ ਖਹਿਰਾ ਦੀ ਹੁਣੀ ਹੋਈ ਕਿ ਈਡੀ ਨੇ ਉਹਨੂੰ ਅਰੈਸਟ ਕਰ ਲਿਆ, ਕੱਲ ਨੂੰ ਕਾਂਗਰਸ ਦੇ ਹੋਰ ਲੀਡਰਾਂ ਨੂੰ ਵੀ। ਗੱਲ ਇਹ ਹੈ ਕਿ ਕਿਹੜੀ ਪਾਰਟੀ ਤੇ ਕਿਹੜੇ ਲੀਡਰ ਨੂੰ ਟਾਰਗੇਟ ਕਰਨਾ ਹੈ। ਹਾਂ, ਹੋ ਸਕਦਾ ਹੈ ਜੇ ਉਹਨਾਂ ਨੂੰ ਲੱਗਿਆ ਕਿ ਅਕਾਲੀ ਦਲ ਦੇ ਨਾਲ ਸਾਡੀ ਕੋਈ ਗੱਲ ਅਲਟੀਮੇਟਲੀ ਸਿਰੇ ਨਹੀਂ ਚੜ੍ਹਨੀ ਜਾਂ ਸੀਕ੍ਰੇਟ ਅੰਡਰਸਟੈਂਡਿੰਗ ਵੀ ਨਹੀਂ ਹੋਣੀ, ਤਾਂ ਉਹਨਾਂ ਨੇ ਅਕਾਲੀਆਂ ਨੂੰ ਵੀ ਨਹੀਂ ਬਖਸ਼ਣਾ। ਬਿਲਕੁਲ ਅਕਾਲੀਆਂ ਦੇ ਕੁਝ ਬੰਦੇ ਇਸ ਲਪੇਟ ਦੇ ਵਿੱਚ ਆ ਸਕਦੇ ਤੇ ਕਾਂਗਰਸ ਦੇ ਤਾਂ ਕੁਝ ਬੰਦੇ ਆਉਣ ਦੀ ਉਮੀਦ ਹੈ ਹੀ ਹੈ। ਮੈਨੂੰ ਲੱਗਦਾ ਕਿ ਇਸ ਟਾਈਮ ਜਿਹੜੀ ਬੀਜੇਪੀ ਹੈ ਉਹਨੇ ਫੈਸਲਾ ਕਰ ਲਿਆ ਕਿ ਅਸੀਂ ਬੜੇ ਓਫੈਂਸਿਵ ਹੋ ਕੇ ਪੰਜਾਬ ਦੀ ਵੀ ਇਲੈਕਸ਼ਨ ਲੜਨੀ ਹੈ, ਬਾਕੀ ਵੀ ਇਲੈਕਸ਼ਨਾਂ ਲੜਨੀਆਂ। ਔਰ ਜਦ ਤਾਂ ਹੀ ਜਿਹੜਾ ਤਕਰੀਬਨ ਬੀਜੇਪੀ ਦੇ ਸਾਰੇ ਲੀਡਰ ਹੀ ਇਹ ਲਗਾਤਾਰ ਕਹਿੰਦੇ ਆ ਰਹੇ ਹਨ, ਚਾਹੇ ਗਰੇਵਾਲ ਦੀ ਗੱਲ ਹੋਵੇ, ਚਾਹੇ ਜਿਆਨੀ ਦੀ ਗੱਲ ਹੋਵੇ, ਉਹ ਕਹਿੰਦੇ ਨੇ ਅਸੀਂ 117 ਦੀਆਂ 17 ਸੀਟਾਂ ਤੇ ਇਸ ਵਾਰੀ ਇਲੈਕਸ਼ਨ ਲੜਨੀ ਹੈ। ਔਰ ਇਹ ਵੀ ਬੜੇ ਕੌਨਫੀਡੈਂਸ ਨਾਲ ਕਹਿੰਦੇ ਨੇ ਕਿ ਸਾਡੀ ਸਰਕਾਰ ਬਣਨੀ ਹੈ। 117 ਲੜਨ ਦਾ ਮਤਲਬ ਵੀ ਇਹ ਨਹੀਂ, ਵੈਸੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ, 117 ਦਾ ਮਤਲਬ ਇਹ ਨਹੀਂ ਕਿ ਬੀਜੇਪੀ ਉਹ ਲੜ ਲੈਗੀ। ਇਹਦਾ ਮਤਲਬ ਕੁਛ ਨਾ ਕੁਛ ਅਲਾਈਜ਼ ਉਹਨਾਂ ਦੇ ਮਾਈਂਡ ਦੇ ਵਿੱਚ ਹੈਗੇ, ਜਿਨ੍ਹਾਂ ਨਾਲ ਸੀਟ ਸ਼ੇਅਰਿੰਗ ਕਰਕੇ ਉਹ 117 ਦੀਆਂ 17 ਲੜਨਗੇ ਔਰ ਕੋਸ਼ਿਸ਼ ਕਰਨਗੇ ਕਿ ਜਿਹੜਾ ਅਜਿਹਾ ਕੋਈ ਵਿਅਕਤੀ ਜਾਂ ਅਜਿਹੀ ਕੋਈ ਪੋਲੀਟੀਕਲ ਪਾਰਟੀ ਪਾਵਰ ਦੇ ਵਿੱਚ ਆਵੇ ਪੰਜਾਬ ਦੇ ਵਿੱਚ, ਜੋ ਉਹਨਾਂ ਦੀ ਤਰਫ ਸੌਫਟ ਹੋਵੇ, ਉਹਨਾਂ ਦੀ ਭਾਈਵਾਲ ਹੋਵੇ। ਉਹ ਜਿਹੜਾ ਅਮਰਿੰਦਰ ਸਿੰਘ ਉਹਨਾਂ ਦੀ ਤਰਫ ਵੀ ਹੋ ਸਕਦੇ ਨੇ, ਢੀਂਡਸੇ ਦੀ ਪਾਰਟੀ ਦੀ ਤਰਫ ਵੀ ਹੋ ਸਕਦੇ ਨੇ, ਅਕਾਲੀਆਂ ਦੀ ਤਰਫ ਵੀ ਹੋ ਸਕਦੇ ਨੇ। ਇਹ ਕਈ ਤਰ੍ਹਾਂ ਦੀਆਂ ਉਹਨਾਂ ਕੋਲੇ ਆਪਸ਼ਨਸ ਹੈਗੀਆਂ। ਇਹ ਸਾਰੀਆਂ ਆਪਸ਼ਨਸ ਨੂੰ ਧਿਆਨ ਦੇ ਵਿੱਚ, ਇੱਕ ਸਿਰਫ ਕਾਂਗਰਸ ਤੇ ਆਮ ਆਦਮੀ ਪੋਲੀਟੀਕਲ ਪਾਰਟੀ ਐਸੀਆਂ ਹੈਗੀਆਂ ਜਿਹੜੀਆਂ ਉਹਨਾਂ ਦੀ ਏਜੰਡੇ ਤੇ ਨਹੀਂ ਹੈਗੀਆਂ। ਆਮ ਆਦਮੀ ਤਾਂ ਆਪਣੇ ਆਪ ਹੀ ਡਾਊਨ ਆਂਦੀ ਜਾ ਰਹੀ ਹੈ, ਉਹਦਾ ਗ੍ਰਾਫ ਜਿਹੜਾ ਪੋਪੂਲੈਰਿਟੀ ਗ੍ਰਾਫ ਲਗਾਤਾਰ ਗਿਰਦਾ ਜਾ ਰਿਹਾ ਹੈ। ਉਸ ਡਰ ਦੇ ਵਿੱਚੋਂ ਜਿਹੜੀਆਂ 10 ਸੀਟਾਂ ਕੇਜਰੀਵਾਲ ਨੇ ਅਨਾਉਂਸ ਕੀਤੀਆਂ ਕਿ ਜਿਹੜੇ ਕਮ ਸੇ ਕਮ ਸੀਟਿੰਗ ਐਮਐਲਏ ਹੈਗੇ ਉਹਨਾਂ ਨੂੰ ਤਾਂ 10 ਨੂੰ ਬਚਾ ਲਓ, ਕਿਤੇ ਇਹਨਾਂ ਚੋਂ ਵੀ ਨਾ ਕੋਈ ਭੱਜ ਜਾਵੇ। ਮੁਕਾਬਲਾ ਜਿਹੜਾ ਇਸ ਟਾਈਮ ਲੱਗ ਰਿਹਾ ਹੈ ਕਿ ਕਾਂਗਰਸ ਤਾਂ ਮਤਲਬ ਨੰਬਰ 1 ਤੇ ਜੋ ਅੱਜ ਦੀ ਪੋਜੀਸ਼ਨ ਹੈ, ਆਪਾਂ ਅੱਜ ਦੀ ਸਿਚੁਏਸ਼ਨ ਦੀ ਗੱਲ ਕਰਦੇ ਹਾਂ। ਸਿਆਸਤ ਦੇ ਵਿੱਚ ਤਾਂ ਕੱਲ ਨੂੰ ਵੀ ਗੇਮ ਬਦਲ ਸਕਦੀ ਹੈ। ਅੱਜ ਦੀ ਪੋਜੀਸ਼ਨ ਇਹ ਹੈ ਕਿ ਲੱਗਦਾ ਹੈ ਕਿ ਕਾਂਗਰਸ ਇਸ ਟਾਈਮ ਕਾਫੀ ਅੱਗੇ ਹੈ ਬਾਕੀ ਪੋਲੀਟੀਕਲ ਪਾਰਟੀਆਂ ਨਾਲੋਂ। ਲੇਕਿਨ ਅਕਾਲੀ ਦਲ ਨੂੰ ਕਈ ਤਰ੍ਹਾਂ ਦੇ ਐਡਵਾਂਟੇਜ ਹੈਗੇ ਅਜੇ ਵੀ, ਚਾਹੇ ਅਕਾਲੀ ਦਲ ਦੇ ਵਿੱਚ 2-3 ਸਪਲਿਟਸ ਹੋ ਗਈਆਂ, ਲੇਕਿਨ ਜਿਹੜਾ ਵਰਕਰ ਹੈ ਅਕਾਲੀ ਦਲ ਦਾ, ਜੋ ਮੁੱਖ ਧਾਰਾ ਦੇ ਵਰਕਰ ਹੈਗੇ, ਉਹ ਹਜੇ ਵੀ ਅਕਾਲੀ ਦਲ ਦੇ ਨਾਲ ਹੈਗੇ, ਬਾਦਲ ਅਕਾਲੀ ਦਲ ਦੇ ਨਾਲ। ਦੂਸਰੀ ਗੱਲ ਇਹ ਹੈ ਕਿ ਬਾਕੀ ਜਿੰਨੀਆਂ ਮੇਜਰ ਪੋਲੀਟੀਕਲ ਪਾਰਟੀਆਂ ਹੈਗੀਆਂ, ਚਾਹੇ ਆਪ ਹੈ ਚਾਹੇ ਕਾਂਗਰਸ ਹੈ, ਉਹਨਾਂ ਦੇ ਵਿੱਚ ਚੀਫ ਮਿਨਿਸਟਰ ਦਾ ਹਜੇ ਵੀ ਰੇੜਕਾ ਹੈ। ਆਮ ਆਦਮੀ ਪਾਰਟੀ ਤਾਂ ਹਜੇ ਤੱਕ ਅਨਾਉਂਸ ਹੀ ਨਹੀਂ ਕਰ ਸਕਦੀ ਚੀਫ ਮਿਨਿਸਟਰ, ਔਰ ਕਾਂਗਰਸ ਦੇ ਵਿੱਚ ਹਜੇ ਵੀ ਨਵਜੋਤ ਸਿੰਘ ਸਿੱਧੂ ਪਿੱਛੇ ਲੱਗਿਆ ਹੋਇਆ ਹੈ ਕਿ ਚੰਨੀ ਨੂੰ ਹਟਾ ਕੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਬਣ ਜਾਵਾਂ। ਹਜੇ ਤੱਕ ਦੁਵਿਧਾ ਹੈ ਉਹਦੇ ਕਾਂਗਰਸ ਦੇ ਵਿੱਚ ਵੀ। ਸਿਰਫ ਅਕਾਲੀ ਦਲ ਇੱਕ ਅਜਿਹੀ ਪੋਲੀਟੀਕਲ ਪਾਰਟੀ ਹੈ ਇਸ ਟਾਈਮ ਜਿਹਦੇ ਤੇ ਚੀਫ ਮਿਨਿਸਟਰੀ ਦਾ ਕੋਈ ਰੌਲਾ ਨਹੀਂ। ਹਰ ਇੱਕ ਬੰਦਾ ਇਹ ਮੰਨਦਾ ਕਿ ਸਾਡਾ ਚੀਫ ਮਿਨਿਸਟਰੀਅਲ ਕੈਂਡੀਡੇਟ ਸੁਖਬੀਰ ਸਿੰਘ ਬਾਦਲ ਹੈ, ਔਰ ਉਹਨੇ ਬਹੁਤ ਦੇਰ ਪਹਿਲਾਂ ਆਪਣੇ ਆਪ ਨੂੰ ਖੁਦ ਹੀ ਅਨਾਉਂਸ ਕਰ ਲਿਆ ਸੀ ਕਿ ਆਈ ਐਮ ਚੀਫ ਮਿਨਿਸਟਰੀਅਲ ਕੈਂਡੀਡੇਟ। ਇਹ ਦੋ ਤਰ੍ਹਾਂ ਦੀਆਂ ਐਡਵਾਂਟੇਜਸ ਤਾਂ ਹਜੇ ਵੀ ਅਕਾਲੀਆਂ ਨੂੰ ਹੈਗੀਆਂ। ਬਿਲਕੁਲ। ਅਗਰ ਕੋਈ ਜ਼ਿਆਦਾ ਹੋਰ ਫਰਕ
ਪਰੇਸ਼ਾਨੀ ਵਾਲੀ ਗੱਲ ਨਹੀਂ ਹੁੰਦੀ। ਮੈਨੂੰ ਲੱਗਦਾ ਹੈ ਕਿ ਜਿਹੜਾ ਮੁੱਖ ਮੁਕਾਬਲਾ ਹੈ ਉਹ ਤਾਂ ਇਸ ਟਾਈਮ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਹੀ ਹੋਣਾ ਹੈ। ਆਮ ਆਦਮੀ ਪਾਰਟੀ ਜਿਹੜੀ ਸੀ ਪਹਿਲਾਂ ਨਾਲੋਂ ਗ੍ਰਾਫ ਉਹਦਾ ਕਾਫੀ ਨੀਚੇ ਆ ਚੁੱਕਿਆ, ਲੇਕਿਨ ਜੋ ਚੌਥਾ ਫਰੰਟ ਬਣ ਰਿਹਾ ਹੈ ਉਹਨੇ ਫਿਰ ਕਿੰਗ ਮੇਕਰ ਦਾ ਰੋਲ ਅਦਾ ਕਰਨਾ ਹੈ। ਕੋਸ਼ਿਸ਼ ਇਹ ਹੋਏਗੀ ਕਿ ਕਿਸੇ ਵੀ ਤਰ੍ਹਾਂ ਕਾਂਗਰਸ ਦੀ ਸਰਕਾਰ ਆਉਣ ਤੋਂ ਕਾਂਗਰਸ ਨੂੰ ਰੋਕਿਆ ਜਾ ਸਕੇ। ਇੱਕ ਤਾਂ ਜਿਹੜੀਆਂ ਇਹ ਐਲਾਨ ਹੋ ਰਹੇ, ਜਿਹੜੀ ਇਹ ਵਰਕਿੰਗ ਹੈ, ਇਹਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਬ੍ਰੇਕਾਂ ਲੱਗਣ ਦੀ ਵੀ ਗੱਲ ਹੋਏਗੀ। ਜੀ ਬਿਲਕੁਲ, ਜਿਵੇਂ ਲੈਕਚਰਾਰਾਂ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਕਾਲਜ ਵਾਲਿਆਂ ਦੀਆਂ, ਲਾਰਜ ਸਕੇਲ ਤੇ 20 ਤਰੀਕ ਨੂੰ ਟੈਸਟ ਹੋਣ ਜਾ ਰਿਹਾ ਹੈ, 36,000 ਰੈਗੂਲਰਾਈਜ਼ ਕਰਤਾ, ਬਿਜਲੀ ਦਾ ਰਿਲੀਫ ਦੇਤਾ, ਪਾਣੀ ਦਾ ਦੇਤਾ, ਸੈਂਡ ਮਾਫੀਆ ਜਾਂ ਜਿਹੜਾ ਟਰਾਂਸਪੋਰਟ ਮਾਫੀਆ, ਇਹਨਾਂ ਦੇ ਵਿੱਚੋਂ ਕੁਝ ਗੱਲਾਂ ਓਪੋਜੀਸ਼ਨ ਪਾਰਟੀਆਂ ਕੱਢ ਕੇ ਕੋਸ਼ਿਸ਼ ਕਰਨਗੀਆਂ ਕਿ ਕਾਂਗਰਸ ਨੂੰ ਇਹ ਐਡਵਾਂਟੇਜ ਨਾ ਜਾਵੇ ਇਹਨਾਂ ਚੀਜ਼ਾਂ ਦਾ। ਇਸ ਤਰ੍ਹਾਂ ਦੀ ਗੇਮ ਹੋਣੀ ਹੈ ਔਰ ਬੀਜੇਪੀ ਦਾ ਵੀ ਇਹੀ ਇੰਟਰਸਟ ਹੈ ਕਿ ਕਾਂਗਰਸ ਦੀ ਸਰਕਾਰ ਨਾ ਬਣੇ। ਕਾਂਗਰਸ ਦੀ ਮਹਾਰਾਜੇ ਵਾਲੀ ਸਰਕਾਰ ਤਾਂ ਟੋਲਰੇਟ ਕਰ ਸਕਦੇ ਸੀ, ਕੈਪਟਨ ਅਮਰਿੰਦਰ ਸਿੰਘ ਵਾਲੀ, ਲੇਕਿਨ ਚੰਨੀ ਵਾਲੀ ਸਰਕਾਰ, ਚੰਨੀ ਸਿੱਧੂ ਵਾਲੀ ਸਰਕਾਰ, ਇਹ ਜਿਹੜੀ ਬੀਜੇਪੀ ਹੈ ਉਹਨੂੰ ਵੀ ਕਿਸੇ ਤਰ੍ਹਾਂ ਪਰਵਾਹ ਨਹੀਂ ਹੋਏਗੀ, ਨਾ ਅਕਾਲੀਆਂ ਨੂੰ ਪਰਵਾਹ ਹੋਏਗੀ ਕਿਸੇ ਵੀ ਤਰ੍ਹਾਂ। ਇਹ ਇੱਕ ਫਰੰਟ ਵੀ ਬਣ ਸਕਦਾ ਹੈ, ਇਹ ਇਕੱਠੇ ਮਿਲ ਕੇ ਵੀ ਗੇਮ ਖੇਲ ਸਕਦੇ ਹੈਗੇ। ਕੋਈ ਅਕਾਲੀ ਕੋਈ ਸੀਕ੍ਰੇਟ ਅੰਡਰਸਟੈਂਡਿੰਗ ਵੀ ਬੀਜੇਪੀ ਨਾਲ ਹੋ ਸਕਦੀ ਹੈ, ਹਜੇ ਵੀ ਹੋ ਸਕਦੀ ਹੈ, ਚਾਹੇ ਸਮਝੌਤਾ ਬੀਐਸਪੀ ਦੇ ਨਾਲ ਹੈ, ਪਰ ਸੀਕ੍ਰੇਟ ਅੰਡਰਸਟੈਂਡਿੰਗ ਜਿਹੜੀ ਹੈ ਉਹ ਬੀਜੇਪੀ ਨਾਲ ਵੀ ਕਿਸੇ ਤਰ੍ਹਾਂ ਸੀਟਾਂ ਦੀ ਐਡਜਸਟਮੈਂਟ ਹੋ ਸਕਦੀ ਹੈ। ਇਸ ਤਰ੍ਹਾਂ ਦਾ ਕੋਈ ਸਿਚੁਏਸ਼ਨ ਬਣ ਸਕਦੀ ਹੈ। ਪ੍ਰੋਫੈਸਰ ਸਾਹਿਬ, ਤੁਸੀਂ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਧੰਨਵਾਦ। ਅੱਜ ਅਸੀਂ ਤੁਹਾਨੂੰ ਐਤਵਾਰ ਵਾਲੇ ਦਿਨ ਪਰੇਸ਼ਾਨ ਕੀਤਾ। ਪ੍ਰੋਫੈਸਰ ਸਾਹਿਬ ਇੱਕ ਦੀਰਘ ਸਟੱਡੀ ਕਰ ਰਹੇ ਨੇ, ਪੰਜਾਬ ਦੀ ਪੋਲਿਟਿਕਸ ਨੂੰ ਅੰਕੜਿਆਂ ਦੇ ਨਾਲ ਖੇਡ ਕੇ ਦੇਖਣਾ ਚਾਹੁੰਦੇ ਆ। ਅਗਲੇ ਦਿਨਾਂ ਦੇ ਵਿੱਚ ਅਸੀਂ ਪ੍ਰੋਫੈਸਰ ਸਾਹਿਬ ਤੋਂ ਉਹ ਵੀ ਜਿਹੜਾ ਇਹ ਕੰਮ ਇਹਨਾਂ ਦੇ ਹੱਥ 'ਚ ਹੈ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ, ਕਿਸ ਖੇਤਰ ਦੇ ਵਿੱਚ ਕਿਵੇਂ ਵੋਟ ਪ੍ਰਤੀਸ਼ਤਤਾ ਹੁੰਦੀ ਹੈ ਤੇ ਕਿਵੇਂ ਗੱਲਾਂ ਅੱਗੇ ਵੱਧਦੀਆਂ। ਪ੍ਰੋਫੈਸਰ ਸਾਹਿਬ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ।